ਇੱਕ ਛੋਟਾ ਜਿਹਾ ਬੱਚਾ ਹੈ ਆਰੀਅਨ ਦਿਓਲ, ਜਿਸ ਨੂੰ ਇੱਕ ਬਹੁਤ ਹੀ ਗੰਭੀਰ ਬਿਮਾਰੀ ਹੈ। ਉਸ ਦੇ ਇਲਾਜ ਵਾਸਤੇ $2.8 ਮਿਲੀਅਨ ਇਕੱਠਾ ਕਰਨ ਦਾ ਜਿਹੜਾ ਉਪਰਾਲਾ ਹੈ, ਉਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਬਹੁਤ ਸਾਰਾ ਯੋਗਦਾਨ ਵੀ ਪਾਇਆ, ਜਿਸ ਦੀ ਸਾਨੂੰ ਬਹੁਤ ਖੁਸ਼ੀ ਹੈ। ਅਸੀਂ ਧੰਨਵਾਦੀ ਹਾਂ। ਪਰ ਹਾਲੇ ਇਸ ਬੱਚੇ ਨੂੰ ਹੋਰ ਵੀ ਸਪੋਰਟ ਦੀ ਲੋੜ ਹੈ। ਕਿਸ ਤਰ੍ਹਾਂ ਦੀ ਸਪੋਰਟ ਦੀ ਲੋੜ ਹੈ, ਇਹ ਬਿਮਾਰੀ ਕੀ ਬਿਮਾਰੀ ਹੈ, ਇਸ ਦਾ ਇਲਾਜ ਕਿਸ ਤਰ੍ਹਾਂ ਦਾ, ਇਸ ਬਾਰੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਲਈ ਇਸ ਵੇਲੇ ਮੌਜੂਦ ਨੇ ਆਰੀਅਨ ਦਿਓਲ ਦੇ ਮਾਤਾ ਤੇ ਪਿਤਾ ਗਗਨ ਤੇ ਹਰਪ੍ਰੀਤ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਸਤਿ ਸ਼੍ਰੀ ਅਕਾਲ। ਕਿਸੇ ਵੀ ਕਪਲ ਵਾਸਤੇ ਜਿਹੜਾ ਬੱਚਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣਾ ਨਾ ਇੱਕ ਬਹੁਤ ਹੀ ਵੱਡੀ ਖੁਸ਼ੀ ਹੁੰਦੀ ਹੈ। ਸੋ ਮੈਨੂੰ ਉਹ ਦੱਸੋ, ਉਹ ਪਲ ਜਦੋਂ ਪਤਾ ਲੱਗਿਆ ਕਿ ਆਰੀਅਨ ਦਾ ਬਰਥ ਹੋਣ ਵਾਲਾ ਹੈ, ਕਿਹੋ ਜਿਹਾ ਪਲ ਸੀ? ਆਰੀਅਨ ਦਾ ਬਰਥ ਹੋਇਆ ਅਗਸਤ 7, 2019 ਨੂੰ। ਜਿੱਦਾਂ ਆਰੀਅਨ ਅਰਲੀ ਸੀ, ਕਾਫੀ ਅਰਲੀ ਸੀ, 2.5 ਮੰਥ ਅਰਲੀ ਸੀ, ਤਾਂ ਮੈਨੂੰ 1 ਵੀਕ ਪਹਿਲਾਂ ਹੀ ਪਤਾ ਲੱਗਾ ਕਿ ਸ਼ਾਇਦ ਹੋ ਸਕਦਾ ਕਿ ਆਰੀਅਨ ਅਰਲੀ ਆ ਜਾਵੇ। ਤਾਂ ਫਿਰ ਪਰ ਮੈਨੂੰ ਇੰਨਾ ਨਹੀਂ ਸੀ ਪਤਾ ਕਿ ਆਰੀਅਨ ਨੇ ਇੰਨਾ ਅਰਲੀ ਆ ਜਾਣਾ ਹੈ। ਤਾਂ 1 ਵੀਕ ਬਾਅਦ ਹੀ ਜਿੱਦਾਂ ਹੌਸਪੀਟਲ ਅਸੀਂ ਚੱਲ ਗਏ, ਐਡਮਿਟ ਹੋਏ, ਤਾਂ ਉਹਨਾਂ ਨੇ ਟਰਾਈ ਕੀਤਾ ਕਿ ਥੋੜ੍ਹਾ ਆਪਾਂ ਰੋਕ ਸਕੀਏ ਕਿ, ਬਟ ਨਹੀਂ, ਤਾਂ ਆਰੀਅਨ ਜੀ ਪਹੁੰਚ ਗਏ। ਉਹਨੂੰ ਜਲਦੀ ਸੀ। ਹਾਂਜੀ, ਅਤੇ ਆਰੀਅਨ ਮੈਂ ਥੋੜ੍ਹੀ, ਅਸੀਂ ਦੋਨੋਂ ਵਰੀਡ ਸੀ ਕਿ ਅਰਲੀ ਆ ਕਿੱਦਾਂ ਹੋਣਾ, ਪਰ ਆਰੀਅਨ ਬਹੁਤ ਹੈਲਥੀ ਸੀ। ਆਰੀਅਨ ਬਹੁਤ ਹੀ ਜ਼ਿਆਦਾ ਐਕਟਿਵ ਸੀ। ਡਾਕਟਰ ਨਰਸ ਜਿੱਦਾਂ ਨਿੱਕੀ 'ਚ ਉਹਨੂੰ ਰੱਖਿਆ ਗਿਆ ਸਰੀ ਮੈਮੋਰੀਅਲ ਹੌਸਪੀਟਲ, ਤਾਂ ਡਾਕਟਰ ਵੀ ਇੱਦਾਂ ਕਹਿੰਦੇ ਸੀ ਕਿ ਲੱਗਦਾ ਨਹੀਂ ਇਹ ਨਾਰਲੀ ਆ। ਤਾਂ ਬੜਾ ਐਕਟਿਵ ਸੀ, ਬਹੁਤ ਬਹੁਤ ਖੁਸ਼ ਸੀ ਅਸੀਂ। 2 ਮੰਥ ਅਸੀਂ ਹੌਸਪੀਟਲ ਜਾਂਦੇ ਰਹੇ। ਤਾਂ 1 ਮੰਥ ਮੈਂ ਨਾਈਟ ਸਟੇ ਨਹੀਂ ਕੀਤੀਆਂ, ਉਹ ਤੋਂ ਬਾਅਦ 1 ਮੰਥ ਮੈਂ ਸਟੇ ਵੀ ਕਰਦੀ ਰਹੀ ਨਾਈਟਸ। ਤਾਂ ਬੜੀ ਖੁਸ਼ੀ ਹੁੰਦੀ ਸੀ। ਕਦੇ ਲੱਗਿਆ ਹੀ ਨਹੀਂ ਸੀ ਹੌਸਪੀਟਲ ਜਾਣਾ, ਤਾਂ ਬੜਾ ਔਖਾ ਲੱਗਦਾ ਆ ਨੂੰ, ਕਦੇ ਨਹੀਂ ਸੀ ਲੱਗਿਆ। ਬੜੀ ਖੁਸ਼ੀ ਹੁੰਦੀ ਸੀ ਕਿ ਬਸ ਇਹਨੇ ਜਲਦੀ ਜਲਦੀ ਰਿਕਵਰ ਹੋ ਕੇ ਆਪਣਾ ਵੇਟ ਗੇਨ ਕਰਕੇ ਘਰ ਆ ਜਾਣਾ। ਬਹੁਤ ਖੁਸ਼ ਸੀ ਅਸੀਂ। ਘਰ ਆਏ, ਸਭ ਕੁਛ ਬਹੁਤ ਵਧੀਆ, ਅਸੀਂ ਬਹੁਤ ਅੱਛਾ ਵੈਲਕਮ ਕੀਤਾ। ਫਸਟ ਬੇਬੀ ਸੀ ਸਾਡਾ। ਤਾਂ ਫਿਰ ਹੌਲੀ ਹੌਲੀ ਜਿੱਦਾਂ ਲੱਗਾ ਸਾਨੂੰ ਕਿ ਆਰੀਅਨ ਥੋੜ੍ਹਾ ਵੀਕ, ਉਹਦੇ ਜਿਹੜੀਆਂ ਸਿਹਤ ਵਾਈਜ਼ ਉਹ ਹਾਲੇ ਵੀ ਬਹੁਤ ਅੱਛਾ ਦਿਖਦਾ ਆ ਕਿ ਗੁੱਡ ਆ, ਉਹਦੀ ਲੈਂਥ ਐਂਡ ਵੇਟ ਵੀ, ਪਰ ਉਹਦੇ ਜਿਹੜੇ ਮਸਲਸ ਆ ਉਹ ਬਹੁਤ ਵੀਕ ਆ। ਜਿੱਦਾਂ ਉਹਦੀ ਜਿਹੜੀਆਂ ਮੂਵਮੈਂਟ ਆ ਹੱਥਾਂ ਬਾਹਾਂ ਦੀਆਂ, ਜਾਂ ਆਪਣੀ ਜੋ ਉਹਦੀ ਸਵੋਲੋ ਕਰਨੀ, ਉਹ ਜਦੋਂ ਹੌਲੀ ਹੌਲੀ ਉਹ ਜਿਹੜੀ ਆਪਣੀ ਫੀਡ ਲੈਂਦਾ ਸੀ, ਉਹਨੂੰ ਕਾਫੀ ਟਾਈਮ ਉਹਨੇ ਲਾਉਣਾ ਸ਼ੁਰੂ ਕਰ ਦਿੱਤਾ। ਜਿਹੜੀ 15 ਮਿੰਟ 'ਚ ਖ਼ਤਮ ਕਰ ਲੈਂਦਾ ਸੀ, ਉਹਨੇ ਹੌਲੀ ਹੌਲੀ 25, ਫਿਰ 35, 45, ਈਵਨ 1 ਘੰਟਾ ਵੀ ਲੱਗ ਜਾਂਦਾ ਸੀ ਕਈ ਵਾਰ। ਅਤੇ ਤਾਂ ਵੀ ਮੈਂ ਇੰਨਾ ਸੋਚਿਆ ਹੀ ਨਹੀਂ ਕਿ ਇੰਨੀ ਵੱਡੀ ਪ੍ਰੋਬਲਮ ਹੋ ਸਕਦੀ ਆ। ਮੈਂ ਉੱਦਾਂ ਹੀ ਮੈਂ ਕਿਹਾ ਇਹ ਪਤਾ ਨਹੀਂ ਕਿਉਂ ਨਹੀਂ ਪੀਂਦਾ, ਇੱਦਾਂ ਕਿਉਂ ਨਹੀਂ ਕਰਦਾ, ਹੈ ਨਾ। ਬਸ ਉਹਨੂੰ ਇੱਦਾਂ ਬ੍ਰੇਕ ਦੇ ਕੇ ਪਿਲਾਉਂਦੇ ਰਹਿਣਾ, ਹੈ ਨਾ। ਸ਼ੁਰੂ ਤੋਂ ਹੀ ਇਦਾਂ ਸੀ ਹਰਪ੍ਰੀਤ, ਜਾਂ ਹੌਲੀ ਹੌਲੀ? ਨਹੀਂ, ਹੌਲੀ ਹੌਲੀ, ਹਾਂਜੀ। ਜਿੱਦਾਂ ਬਰਥ ਤੋਂ 4 ਮੰਥ ਬਾਅਦ ਕਹਿ ਸਕਦੇ ਹਾਂ, ਇੱਦਾਂ ਥੋੜ੍ਹੇ ਸਿੰਪਟਮ ਸ਼ੋ ਹੋਣੇ ਸ਼ੁਰੂ ਹੋਏ। ਹਾਂਜੀ, ਫਿਰ ਜਿੱਦਾਂ ਲੱਤਾਂ ਜਿਹੜੀਆਂ ਬੱਚੇ ਚੁੱਕ ਕੇ ਕਿੱਕ ਕਰਦੇ ਆ, ਜਾਂ ਕਿੰਨਾ ਲੱਤਾਂ ਚੁੱਕ ਮਾਰਦੇ ਆ, ਉੱਦਾਂ ਉਹ ਸਿਰਫ ਰੱਬ ਕਰਦਾ ਸੀ। ਜਿੱਦਾਂ ਬੈੱਡ 'ਤੇ ਰੱਬ ਕਰਨੀਆਂ ਸ਼ੁਰੂ ਕਰਤੀਆਂ ਉਹਨੇ, ਅਸੀਂ ਉਹ ਵੀ ਇੱਦਾਂ ਗਗਨ ਨੇ ਕਹਿਣਾ ਕੋਈ ਨਹੀਂ, ਪ੍ਰੀਮੈਚੁਰ ਹੋ ਜਾਣਾ, ਠੀਕ ਇਹਨੇ। ਮੈਨੂੰ ਵੀ ਲੱਗਦਾ ਸੀਗਾ ਵੀ ਜਿੱਦਾਂ ਭਾਰ ਵੱਧਦਾ ਬੱਚੇ ਦਾ, ਪਹਿਲਾਂ ਸੀਗਾ ਕਮਜ਼ੋਰ ਸੀਗਾ, ਹੁਣ ਥੋੜ੍ਹਾ ਜਿਹਾ ਉਹਦਾ ਭਾਰ ਵਧਿਆ ਆ, ਹੈ ਨਾ। ਵੀ ਹੋ ਸਕਦਾ ਵੀ ਸ਼ਾਇਦ ਤਾਂ ਹੁੰਦਾ ਹੋਊਗਾ, ਜਾਂ ਆਪਣੇ ਮਨ 'ਚ ਨੈਗੇਟਿਵ ਸੋਚ ਆਉਂਦੀ ਹੀ ਨਹੀਂ ਨਾ ਵੀ ਇੱਦਾਂ ਵੀ ਕੁਛ ਹੋ ਸਕਦਾ। ਮੈਂ ਕਹਿੰਦਾ ਕੋਈ ਨਹੀਂ, ਹੋ ਜਾਣਾ, ਪ੍ਰੀਮੈਚੁਰ ਆ, ਕਮਜ਼ੋਰੀ ਹੋਊਗੀ। ਮੈਂ ਆਲਵੇਜ਼ ਇਹਨਾਂ ਨੂੰ ਇੱਦਾਂ ਹੀ ਕਹੀ ਜਾਣਾ। ਅਤੇ ਮੇਰੀ ਮੰਮੀ ਨੇ ਵੀ ਇੰਡੀਆ ਹੁੰਦੇ ਸੀਗੇ, ਉਹਨਾਂ ਨੇ ਫੋਨ ਕਰਨਾ, ਅਤੇ ਉਹਨਾਂ ਨੇ ਵੀ ਕਹਿਣਾ ਵੀ ਪਹਿਲਾਂ ਕਿੱਦਾਂ ਲੱਤਾਂ ਬਾਹਾਂ ਮਾਰਦਾ ਹੁੰਦਾ ਸੀ, ਹੁਣ ਤਾਂ ਕੁਛ ਕਰਦਾ ਹੀ ਨੀਗਾ, ਹੈ ਨਾ। ਈਵਨ ਕਿ ਡਾਕਟਰਸ ਕੋਲ ਵੀ ਜਾਣਾ, ਪੀਡੀਆਟ੍ਰੀਸ਼ਨ ਤੋਂ ਐਵਰੀ 2 ਵੀਕਸ ਜਾਂਦੇ ਹੁੰਦੇ, ਫਿਜ਼ੀਓ ਹੁੰਦੀ ਸੀਗੀ, ਵੀ ਪਤਾ ਹੀ ਨਹੀਂ ਸੀਗਾ, ਕਿਸੇ ਨੇ ਨੋਟਿਸ ਹੀ ਨਹੀਂ ਕੀਤੀ ਇਹ ਅੱਛਾ, ਗੱਲ। ਇੱਕ ਵਾਰੀ ਨਾ ਜਦੋਂ ਤੁਸੀਂ ਪਹਿਲੀ ਵਾਰੀ ਪੇਰੈਂਟਸ ਬਣਦੇ ਹੋ, ਖਾਸ ਕਰਕੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਹਾਂਜੀ। ਕੀ ਨਾਰਮਲ ਹੈ, ਕੀ ਨਹੀਂ ਨਾਰਮਲ ਹੈ। ਪੀਡੀਆਟ੍ਰੀਸ਼ਨ ਕੋਲ ਜਦੋਂ ਲੈ ਕੇ ਗਏ ਹੋ ਤਾਂ ਉਹਨਾਂ ਨੇ ਕੀ ਕਿਹਾ ਫਿਰ? ਪਹਿਲਾਂ ਤਾਂ ਜਦੋਂ ਪਹਿਲਾਂ ਲੈ ਕੇ ਜਾਂਦੇ ਹੁੰਦੇ ਸੀ, ਐਵਰੀ 2-3 ਵੀਕਸ ਅਪੁਆਇੰਟਮੈਂਟ ਹੁੰਦੀਆਂ ਸੀਗੀਆਂ, ਉਹ ਚੈੱਕ ਕਰਦਾ ਹੁੰਦਾ ਸੀ ਸਾਰਾ ਕੁਛ ਹੀ, ਉਹਨੇ ਦੇਖਣਾ, ਹੈ ਨਾ। ਅਤੇ ਉਹਨੇ ਕਹਿ ਦੇਣਾ ਵੀ ਠੀਕ ਆ, ਗਰੋਥ ਗੁੱਡ ਆ, ਵੇਟ ਗੁੱਡ ਆ, ਸਾਰਾ ਕੁਛ ਠੀਕ ਆ। ਉਹਨੇ ਫੀਡ ਦੱਸ ਦੇਣੀ ਵੀ ਤੁਸੀਂ ਇੰਨੀ ਦਿੰਦੇ ਆ, ਇੰਨੀ ਦਿਆ ਕਰੋ, ਬਸ ਉਹ ਗੱਲਾਂ ਚੱਲਦੀਆਂ ਰਹੀਆਂ। ਫਿਰ ਹੌਲੀ ਹੌਲੀ ਜਦੋਂ ਉਹਨਾਂ ਨੂੰ ਦੱਸਿਆ ਵੀ ਸਾਨੂੰ ਲੱਗਦਾ ਵੀ ਇਹਦੀ ਮੂਵਮੈਂਟ ਘੱਟਦੀ, ਉਹਨੇ ਕਹਿਣਾ ਵੀ ਨਹੀਂ, ਇਸ ਵੀਕ 'ਚ ਇਹਨੇ ਆਹ ਕਰਨ ਲੱਗਣਾ, ਇਹ 1 ਵੀਕ ਬਾਅਦ ਸ਼ਾਇਦ ਇੱਦਾਂ ਕਰਨ ਲੱਗੂਗਾ। ਉਹਨਾਂ ਨੇ ਵੀ ਇੱਦਾਂ ਹੀ ਕਹੀ ਜਾਣਾ, ਜਿੱਦਾਂ ਵੀ ਉਹਨਾਂ ਨੂੰ ਵੀ ਪ੍ਰੋਪਰ ਪਤਾ ਨਹੀਂ ਲੱਗਦਾ ਸੀਗਾ, ਜਿੱਦਾਂ ਲਾ ਲਓ ਉਹ ਵੀ ਕਨਫਿਊਜ਼ ਸੀਗੇ, ਹੈ ਨਾ। ਅਤੇ ਪਰ ਫਿਰ ਜਦੋਂ ਅਸੀਂ
ਦਸੰਬਰ ਦੇ ਵਿੱਚ ਅਸੀਂ ਜ਼ਿਆਦਾ ਸੀਰੀਅਸ ਲਿਆ ਇਸ ਗੱਲ ਨੂੰ, ਕਿਉਂਕਿ ਉਦੋਂ ਤਾਂ ਵੀ ਰੱਬ ਕਰਨੋਂ ਵੀ ਲੱਤਾਂ ਹਟ ਗਿਆ ਸੀਗਾ ਫਿਰ, ਹੈ ਨਾ। ਅਤੇ ਫਿਰ ਅਸੀਂ ਫਿਜ਼ੀਓ ਕੋਲ ਗਏ, ਉਹ ਵੀ ਜਿੱਦਾਂ ਉਹਨੇ ਤਾਂ ਮੋਸਟਲੀ ਇਹਦੇ ਹੈਡ ਕੰਟਰੋਲ 'ਤੇ ਹੀ ਸ਼ੁਰੂ ਤੋਂ ਰੱਖਿਆ, ਹੈ ਨਾ। ਉਹਦਾ ਇਹੋ ਹੀ ਸੀਗਾ ਵੀ ਇਹਦਾ ਹੈਡ ਕੰਟਰੋਲ ਨਹੀਂ ਹੈਗਾ, ਤੁਸੀਂ ਟੰਮੀ ਟਾਈਮ ਕਰਾਇਆ ਕਰੋ, ਹੈ ਨਾ। ਅਸੀਂ ਉਹਨੇ ਜਿੱਦਾਂ ਹੈਡ ਕੰਟਰੋਲ 'ਤੇ ਗਿਆ, ਫਿਰ ਅਸੀਂ ਉਹਨੂੰ ਦੱਸਿਆ ਵੀ ਇਹਦੀਆਂ ਲੱਤਾਂ ਵੀ ਮੂਵਮੈਂਟ ਗੁੱਡ ਨਹੀਂ ਹੈਗੀ ਹੁਣ, ਵੀ ਉਹ ਰੱਬ ਕਰਦਾ ਆ ਵੀ ਚੱਕਦਾ ਨਹੀਂ, ਅੱਗੇ ਵਾਂਗੂ ਕੋਈ ਮੂਵਮੈਂਟ ਹੀ ਹੈ ਨਹੀਂ ਗੀ। ਅਤੇ ਫਿਰ ਉਹਨੇ ਜਿੱਦਾਂ ਕਹਿੰਦੀ ਫਿਰ ਤੁਹਾਡੀ ਡਾਕਟਰ ਪੀਡੀਆਟ੍ਰੀਸ਼ਨ ਨਾਲ ਕਦੋਂ ਅਪੋਇੰਟਮੈਂਟ ਆ? ਅਸੀਂ ਕਿਹਾ ਇੱਦਾਂ ਇੰਨੀ ਤਰੀਕ ਨੂੰ। ਕਹਿੰਦੀ ਮੈਂ ਉਹਨੂੰ ਫੋਨ ਕਰ ਦਿੰਦੀ ਹਾਂ, ਜਲਦੀ ਅਪੋਇੰਟਮੈਂਟ ਲਓ। ਜਦੋਂ ਪੀਡੀਆਟ੍ਰੀਸ਼ਨ ਨੂੰ ਦੱਸਿਆ ਸਾਰਾ ਕੁਝ, ਜਾਂ ਉਹਨੇ ਵੀ ਦੱਸਿਆ ਹੋਊਗਾ ਫਿਜ਼ੀਓ ਵਾਲੀ ਨੇ, ਉਹਨੇ ਰਾਈਟ ਵੇ ਸਾਡਾ ਬੈੱਡ ਬੁੱਕ ਕਰਤਾ ਸਰੀ ਮੈਮੋਰੀਅਲ। ਤੇ ਕਦੋਂ ਪਤਾ ਲੱਗਾ ਕਿ ਉਹਨੂੰ SMA ਆ? ਇਸ ਚੀਜ਼ ਦਾ ਕਦੋਂ ਡਾਇਗਨੋਸ ਹੋਇਆ? 20 ਜਨਵਰੀ ਨੂੰ ਅਸੀਂ ਸਰੀ ਮੈਮੋਰੀਅਲ ਗਏ ਸੀਗੇ ਐਮਰਜੈਂਸੀ, ਅਤੇ ਉੱਥੇ 3-4 ਦਿਨ ਰਹੇ। ਉਹਨਾਂ ਨੇ ਜਿੱਦਾਂ ਦੇਖਿਆ ਸਾਰੀ MRI ਵਗੈਰਾ ਸਾਰਾ ਕੁਝ, ਹੋਰ ਜੋ ਕਰਦੇ ਸੀਗੇ ਟੈਸਟ ਵਗੈਰਾ ਸਾਰੇ ਕੁਝ ਕੀਤਾ, ਹੈ ਨਾ। ਅਤੇ ਉਹਨਾਂ ਨੂੰ ਜਿੱਦਾਂ ਸ਼ਾਇਦ ਉੱਥੇ ਹੀ ਸ਼ੱਕ ਪਈ ਸਰੀ ਮੈਮੋਰੀਅਲ ਹੌਸਪੀਟਲ 'ਤੇ ਵੀ ਕੋਈ ਚੀਜ਼ ਹੈਗੀ ਆ। ਅਤੇ ਉਹਨਾਂ ਨੇ ਜਿੱਦਾਂ ਉੱਥੋਂ ਬਲੱਡ ਵਰਕ ਭੇਜਿਆ, ਇਹਨੂੰ ਕਿੱਥੇ ਜਾਂਦਾ ਆ, ਇਹਦੇ ਲਈ ਸਪੈਸ਼ਲ ਟੈਸਟ ਜਾਂ ਜੈਨੇਟਿਕ ਟੈਸਟ ਹੁੰਦੇ ਨਾ ਇਹਦੇ ਲਈ। ਅਤੇ ਫਿਰ ਸਾਨੂੰ ਉਹਨਾਂ ਨੇ ਟਰਾਂਸਫਰ ਕਰਤਾ ਸੀਗਾ BC ਚਿਲਡਰਨ। 3-4 ਦਿਨ ਉੱਥੇ ਸਰੀ ਮੈਮੋਰੀਅਲ ਰੱਖਿਆ, ਫਿਰ ਉੱਥੇ BC ਚਿਲਡਰਨ ਟਰਾਂਸਫਰ ਕਰਕੇ ਸਾਨੂੰ, ਅਤੇ ਫਿਰ BC ਚਿਲਡਰਨ ਵਾਲਿਆਂ ਨੇ ਵੀ ਜਦੋਂ ਆਉਣਾ, ਉਹਨਾਂ ਨੇ ਵੀ ਸਾਨੂੰ ਇਹ ਦੱਸਣਾ ਵੀ ਸਾਨੂੰ ਸ਼ੱਕ ਆ ਵੀ ਆਹ ਬਿਮਾਰੀ ਆ, ਇਹ ਆ ਉਹ ਆ। ਫਿਰ 29 ਜਨਵਰੀ ਨੂੰ ਜਿੱਦਾਂ ਡਾਇਗਨੋਸ ਰਿਪੋਰਟ ਆਈ ਸੀਗੀ ਆਰੀਅਨ ਦੀ ਨੂੰ। ਹੁਣ ਬਿਮਾਰੀ ਇੰਨੀ ਜ਼ਿਆਦਾ ਰੇਅਰ ਹੈ ਕਿ ਬਹੁਤ ਘੱਟ ਬੱਚੇ ਇਸ ਬਿਮਾਰੀ ਤੋਂ ਪੀੜਤ ਨੇ, ਸੋ ਜ਼ਾਹਿਰ ਹੈ ਕਿ ਤੁਹਾਨੂੰ ਵੀ ਇਸ ਬਿਮਾਰੀ ਬਾਰੇ ਬਹੁਤਾ ਨਹੀਂ ਸੀ ਪਤਾ। ਬਿਲਕੁਲ ਹੀ ਨਹੀਂ ਸੀ ਪਤਾ, ਹਾਂਜੀ ਬਿਲਕੁਲ ਹੀ। ਈਵਨ ਕਿ ਕਿਸੇ ਨੂੰ ਵੀ ਨਹੀਂ ਪਤਾ, ਜਿਹਦੇ ਨਾਲ ਵੀ ਹੁਣ ਵੀ ਗੱਲ ਹੁੰਦੀ ਆ ਤਾਂ ਹਰ ਕੋਈ ਕਹਿ ਦਿੰਦਾ ਵੀ ਕਦੇ ਸੁਣਿਆ ਹੀ ਨਹੀਂ ਹੈਗਾ। ਈਵਨ ਕਿ ਫੈਮਿਲੀ ਡਾਕਟਰ ਨੂੰ ਵੀ ਨਹੀਂ ਪਤਾ ਸੀ। ਜਦੋਂ ਫੈਮਿਲੀ ਡਾਕਟਰ ਨੂੰ ਵੀ ਮੈਂ ਮਿਲੀ ਅਤੇ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਕੀ ਇਹ ਕਿੱਦਾਂ, ਹੈ ਨਾ। ਅਤੇ ਫਿਰ ਮੈਂ ਥੋੜ੍ਹਾ ਐਕਸਪਲੇਨ ਕੀਤਾ, ਕਹਿੰਦੇ ਹਾਂ ਮੈਂ ਸੁਣੀ ਕੇਸ ਇੱਦਾਂ, ਪਰ ਉਹਨਾਂ ਨੂੰ ਵੀ ਜਦੋਂ ਆਪਾਂ ਨਾਂ ਲੈਂਦੇ ਹਾਂ ਨਹੀਂ ਪਤਾ ਲੱਗਿਆ ਸੀ। ਹਾਂਜੀ, ਜਦੋਂ ਮੈਨੂੰ ਉਹ ਲਿਖ ਕੇ ਦੇ ਗਏ ਕਿ ਤੂੰ ਇਹਦੇ ਬਾਰੇ ਵੀ ਦੇਖ, ਹੈ ਨਾ, ਵੀ ਤੁਹਾਨੂੰ ਕੀ ਲੱਗਦਾ ਆ, ਤੁਸੀਂ ਕੀ ਆਪਣੇ ਵੱਲੋਂ ਸੋਚਦੇ ਆ। ਮੈਂ ਕਿਹਾ ਮੈਂ ਕਾਫੀ ਸਰਚ ਕਰਦੀ ਰਹੀ। ਮੈਂ ਕਿਹਾ ਹਾਈਪੋਟੋਨੀਆ ਇੱਦਾਂ ਹੁੰਦਾ ਕਿ ਲੋ ਮਸਲ ਟੋਨ ਹੌਲੀ ਹੌਲੀ ਇੰਪਰੂਵ ਹੋ ਜਾਂਦੀ ਹੈ ਫਿਜ਼ੀਓ ਨਾਲ, ਮਤਲਬ ਉਹਨੂੰ ਵੀ ਮੈਂ ਇੱਦਾਂ ਸੋਚੀ ਗਈ ਵੀ ਕੋਈ ਨਹੀਂ, ਐਡੀ ਨਹੀਂ ਗੱਲ। ਪਰ ਜਦੋਂ ਉਹਨਾਂ ਨੇ ਮੈਨੂੰ ਇਹ ਲਿਖਿਆ ਅਤੇ ਇਹਦਾ ਮੈਂ ਸਾਰਾ ਪੜ੍ਹਿਆ ਕਿ ਬੱਚੇ ਸੈਕਿੰਡ ਬਰਥਡੇ ਦੇਖ ਨਹੀਂ ਸਕਦੇ ਆਪਣਾ, ਤਾਂ ਫਿਰ ਤਾਂ ਮੇਰਾ ਬਹੁਤ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਇੱਦਾਂ ਕੀਤਾ ਵੀ ਨਹੀਂ, ਇਹ ਨਹੀਂ ਹੋ ਸਕਦਾ ਹੈਗਾ, ਨਹੀਂ ਹੋ ਸਕਦਾ ਇਹ। ਤਾਂ ਫਿਰ ਜਦੋਂ ਇੱਦਾਂ ਹੀ ਹੋਇਆ ਕਿ 29 ਨੂੰ ਜਦੋਂ ਰਿਪੋਰਟ ਆਈ, ਮੈਂ ਇਕੱਲੀ ਸੀ ਹੌਸਪੀਟਲ, ਤਾਂ ਗਗਨ ਕੰਮ 'ਤੇ ਸੀ, ਕੰਮ ਤੋਂ ਇਹ ਸਰੀ ਆ ਗਈ, ਘਰ ਆ ਗਏ। ਤਾਂ ਮੈਨੂੰ ਪਤਾ ਮੈਂ ਨਿਊਜ਼ ਨੂੰ ਕਿੱਦਾਂ ਡਾਈਜੈਸਟ ਕੀਤਾ, ਕਿੱਦਾਂ ਮੈਂ ਉਹ ਟਾਈਮ ਨੂੰ ਕੱਢਿਆ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਉੱਥੇ ਇਕੱਲੀ ਹੋਈ ਸੀ, ਤਾਂ ਮੈਂ ਦੱਸਣਾ ਨਹੀਂ ਸੀ ਚਾਹੁੰਦੀ ਗਗਨ ਨੂੰ ਕਿ ਗਗਨ ਆਉਣਗੇ ਤਾਂ ਹੀ ਮੈਂ ਇੱਥੇ ਦੱਸੂੰਗੀ ਕਿ ਮੈਂ ਵੀ ਰਾਤ 'ਚ ਕੁਛ ਨਾ ਹੋ ਜੇ, ਜਾਂ ਕਿੱਦਾਂ ਇਹ ਕਿੱਦਾਂ ਦੇਖਣਗੇ, ਹੈਂਡਲ ਕਰਨਗੇ। ਹਾਂਜੀ, ਮੈਨੂੰ ਪਤਾ ਮੈਂ ਈਵਨ 4-5 ਘੰਟੇ ਮੈਂ ਉਸ ਟਾਈਮ ਇਕੱਲੀ ਸੀਗੀ, ਤਾਂ ਬਹੁਤ ਔਖਾ ਟਾਈਮ ਸੀ, ਬਹੁਤ ਹੀ। ਮੈਨੂੰ ਪਤਾ ਹੀ ਨਹੀਂ ਸੀ ਲੱਗਦਾ, ਵੀ ਮੈਨੂੰ ਲੱਗਦਾ ਸਾਰਾ ਕੁਛ ਹੀ ਖਤਮ ਹੋ ਗਿਆ ਲਾਈਫ ਦਾ, ਵੀ ਆਹ ਹੋ ਕੀ ਗਿਆ, ਜਿੱਦਾਂ ਬਸ ਵਰਡਸ ਨਹੀਂ ਹੈਗੇ ਮੇਰੇ ਕੋਲ ਐਕਸਪਲੇਨ ਕਰਨ ਨੂੰ ਕਿ ਕੀ ਹੋ ਗਿਆ। ਬਸ ਮਤਲਬ 3-4 ਵੀਕ ਤਾਂ ਅਸੀਂ ਇੱਦਾਂ ਹੀ ਇੱਦਾਂ ਸ਼ੌਕ ਦੇ ਵਿੱਚ ਹੀ ਸੀ ਕਿ ਹੋ ਹੀ ਨਹੀਂ ਸਕਦਾ, ਕਿ ਸ਼ਾਇਦ ਰਿਪੋਰਟਸ ਹੀ ਰੋਂਗ ਆ। ਬਹੁਤ ਮੈਂ ਇੱਦਾਂ ਕਰਦੀ ਰਹੀ ਕਿ ਸ਼ਾਇਦ ਮੈਨੂੰ ਬਾਰ-ਬਾਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਿਓਰ ਆ ਕਿ ਆਰੀਅਨ ਦੀਆਂ ਹੀ ਰਿਪੋਰਟਸ ਆ, ਹੈ ਨਾ, ਪਰ ਸਿੰਪਟਮ ਵੀ ਉਹੀ ਸੀ ਸਾਰੇ। ਸਾਡੇ ਨਾਲ ਇਸ ਵਕਤ ਦੁਪਹਿਰ ਵਾਲਾ ਸ਼ੋਅ ਦੇ ਵਿੱਚ ਆਰੀਅਨ ਦਿਓਲ ਦੇ ਮਾਤਾ ਅਤੇ ਪਿਤਾ, ਫਾਦਰ ਅਤੇ ਮਦਰ ਇੱਥੇ ਹੀ ਨੇ, ਹਰਪ੍ਰੀਤ ਦਿਓਲ ਅਤੇ ਗਗਨ। ਕਿਸੇ ਵੀ ਪੇਰੈਂਟ ਵਾਸਤੇ ਇਹ ਸੁਣਨਾ ਕਿ ਉਹਨਾਂ ਦੇ ਬੱਚੇ ਨੂੰ ਜਾਨਲੇਵਾ ਬਿਮਾਰੀ ਆਸਾਨ ਨਹੀਂ ਹੁੰਦਾ, ਔਰ ਜਦੋਂ ਖਬਰ ਇਹ ਮਿਲੀ ਹੈ ਤਾਂ ਬਹੁਤ ਹੀ ਮੁਸ਼ਕਿਲ ਸਮਾਂ ਇਹਨਾਂ ਨੇ ਦੇਖਿਆ। ਆਰੀਅਨ ਦਿਓਲ ਦਾ ਜਿਹੜਾ ਇਲਾਜ ਹੈ, ਇਹ ਇੱਕ ਤਾਂ ਬਿਮਾਰੀ ਬਹੁਤ ਰੇਅਰ ਹੈ, ਅਤੇ ਜਿਹੜਾ ਇਲਾਜ ਹੈ ਇਹ ਇਲਾਜ ਬਹੁਤ ਮਹਿੰਗਾ ਹੈ। ਇਸ ਬਿਮਾਰੀ ਬਾਰੇ ਪੀਡੀਆਟ੍ਰੀਸ਼ਨ ਡਾਕਟਰ ਪੁਰਜੀ ਦੇ ਨਾਲ ਸਾਡੀ ਗੱਲ ਹੋਈ, ਸੋ ਉਹਨਾਂ ਨੇ ਥੋੜ੍ਹਾ ਜਿਹਾ ਮੈਡੀਕਲ ਖੁਲਾਸਾ ਸਾਡੇ ਵਾਸਤੇ ਕੀਤਾ ਕਿ ਦਰਅਸਲ ਇਹ ਬਿਮਾਰੀ ਹੈ ਕੀ। ਸਪਾਈਨਲ ਮਸਕੂਲਰ ਐਟਰੋਫੀ, ਜਿਹਨੂੰ ਅਸੀਂ SMA1 ਕਹਿੰਦੇ ਹਾਂ, ਇੱਕ ਇਹੋ ਜਿਹਾ ਰੋਗ ਹੈਗਾ ਜਿੱਥੇ ਸਾਡੀ ਰੀੜ੍ਹ ਦੀ ਹੱਡੀ ਦੇ ਵਿੱਚ ਜਿਹੜਾ ਸਪਾਈਨਲ ਕਾਰਡ ਹੁੰਦਾ, ਉਸ ਤੋਂ ਜਿਹੜੀ ਨਰਵ ਸਿਗਨਲਸ ਹੁੰਦੀਆਂ, ਜਿਹੜੀਆਂ ਨਸਾਂ ਮਸਲ ਨੂੰ ਸਿਗਨਲ ਦਿੰਦੀਆਂ, ਉੱਥੇ ਖਰਾਬੀ ਹੋਣ ਕਾਰਨ ਸਿਗਨਲ ਨਹੀਂ ਮਿਲਦਾ,
ਅਤੇ ਮਸਲ ਕਮਜ਼ੋਰ ਪੈ ਜਾਂਦੀਆਂ। ਇਸ ਤੋਂ ਪੀੜਿਤ ਬੱਚੇ ਬਹਿ ਨਹੀਂ ਸਕਦੇ, ਧੌਣ ਸੰਭਾਲ ਨਹੀਂ ਸਕਦੇ, ਸਾਹ ਲੈਣ 'ਚ ਔਖਿਆਈ ਹੁੰਦੀ ਆ, ਉਹਨਾਂ ਨੂੰ ਫੀਡਿੰਗ 'ਚ ਔਖਿਆਈ ਹੁੰਦੀ ਆ, ਅਕਸਰ ਉਹਨਾਂ ਨੂੰ ਵੈਂਟੀਲੇਸ਼ਨ ਦੀ ਲੋੜ ਪੈਂਦੀ ਆ, ਢਿੱਡ ਦੇ ਵਿੱਚ ਟਿਊਬ ਪਾ ਕੇ ਦੁੱਧ ਵਗੈਰਾ ਦੇਣਾ ਪੈਂਦਾ। ਇਹ ਕਾਫੀ ਹੀ ਰੇਅਰ ਡਿਜ਼ੀਜ਼ ਹੈਗੀ ਆ, ਜਿਹੜੀ ਜੈਨੇਟਿਕਸ ਦੇ ਨਾਲ ਸੰਬੰਧ ਹੈਗੀ ਆ। ਬ੍ਰਿਟਿਸ਼ ਕੋਲੰਬੀਆ 'ਚ ਕਰੀਬਨ 30 ਬੱਚੇ ਇਸ ਤੋਂ ਪੀੜਿਤ ਨੇ। ਇਸ ਦੇ ਇਲਾਜ ਬੜੇ ਔਖੇ ਨੇ, ਅਸੀਂ ਉਸ ਬਾਰੇ ਗੱਲ ਕਰਾਂਗੇ। ਹਰਪ੍ਰੀਤ, ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਇਹ ਜਿਹੜਾ ਇਲਾਜ ਹੈ SMA ਦਾ ਇੰਨਾ ਜ਼ਿਆਦਾ ਮਹਿੰਗਾ ਹੈ? ਜਦੋਂ ਮੈਨੂੰ ਪਤਾ ਲੱਗਿਆ ਕਿ ਆਰੀਅਨ ਇਹਦੇ ਨਾਲ ਡਾਇਗਨੋਜ਼ ਆ SMA ਨਾਲ, ਤਾਂ ਮਤਲਬ ਫਿਰ ਸਾਡੇ ਕੋਲੇ ਆਪਸ਼ਨ ਦਿੱਤੀ ਗਈ ਸਾਨੂੰ ਕਿ ਜਿਹੜਾ ਕੈਨੇਡਾ ਦੇ ਵਿੱਚ ਟ੍ਰੀਟਮੈਂਟ ਆ ਸਪਿਨਰਾਜ਼ਾ, ਉਹਦੀ ਵੀ ਆਪਸ਼ਨ ਸੀ ਕਿ ਤੁਸੀਂ ਕਰਵਾਉਣਾ ਸ਼ੁਰੂ ਕਰਨਾ ਕਿ ਨਹੀਂ ਕਰਨਾ। ਕਿ ਜੇ ਤਾਂ ਕਰਨਾ ਤਾਂ ਬੱਚੇ ਦੀ ਲਾਈਫ ਸ਼ਾਇਦ ਬਚ ਸਕਦੀ ਆ, ਅਤੇ ਪਰ ਅਸੀਂ ਕੋਈ ਗਾਰੰਟੀ ਨਹੀਂ ਲੈਂਦੇ ਕਿ ਇਹ ਕੀ ਕਰਨ ਲੱਗੇਗਾ, ਇਹਦੇ 'ਚ ਕੀ ਇੰਪਰੂਵਮੈਂਟ ਹੋਣਗੀਆਂ ਜਾਂ ਕੀ ਹੋਏਗਾ। ਜੇ ਨਹੀਂ ਕਰਵਾਉਣਾ ਤਾਂ ਇੱਕ ਮਤਲਬ ਇਹ ਫਸਟ ਬਰਥਡੇ ਵੀ ਨਹੀਂ ਦੇਖ ਸਕੇਗਾ ਆਪਣਾ। ਤਾਂ ਫਿਰ ਉਹ ਬਹੁਤ ਹਾਰਡ ਆ ਕਿ ਅਸੀਂ ਉਹ ਚੀਜ਼ ਚੁਣ ਲਈਏ ਕਿ ਆਪਾਂ ਚਾਹੁੰਦੇ ਮਤਲਬ ਕੋਈ ਵੀ ਨਹੀਂ ਚੁਣ ਸਕਦਾ ਉਹ ਚੀਜ਼ ਕਿ ਹਾਂ ਅਸੀਂ ਖੁਦ ਹੀ ਕਹਿ ਦਈਏ ਵੀ ਨਹੀਂ, ਹੈ ਨਾ। ਤਾਂ ਫਿਰ ਅਸੀਂ ਕਿਹਾ ਹਾਂਜੀ ਅਸੀਂ ਟ੍ਰੀਟਮੈਂਟ ਕਰਵਾਉਣਾ ਆ। ਟ੍ਰੀਟਮੈਂਟ ਸ਼ੁਰੂ ਕੀਤਾ, ਜਿੱਦਾਂ ਜੋ ਵੀ ਪ੍ਰੋਸੈਸ ਸੀ, ਕਾਫੀ ਲੰਮਾ ਪ੍ਰੋਸੈਸ ਆ, ਫਿਰ ਜਾ ਕੇ ਉਹ ਟ੍ਰੀਟਮੈਂਟ ਅਪਰੂਵ ਹੁੰਦਾ ਆ। ਤਾਂ ਫਿਰ ਉਹਦੇ ਵਿੱਚ ਉਹ ਵੀ ਇੱਦਾਂ ਦਾ ਟ੍ਰੀਟਮੈਂਟ ਆ ਕਿ ਕੋਈ ਉਹ ਪਰਮਾਨੈਂਟ ਨਹੀਂ, ਉਹਦਾ ਕੋਈ ਫਿਕਸ ਹੈਗਾ ਜਾਂ ਕੋਈ ਗਾਰੰਟੀ ਨਹੀਂ ਹੈਗੀ ਕਿ ਇਹ ਕੀ ਕਰਨ ਲੱਗੇਗਾ। ਇਹ ਮੂੰਹ ਨਾਲ ਖਾਣ ਪੀਣ ਲੱਗ ਜਾਏਗਾ, ਇਹ ਬੈਠਣ ਲੱਗੇਗਾ, ਇਹਦੀ ਜਿਹੜੀ ਬਰੀਦਿੰਗ ਸਪੋਰਟ ਰਾਤ ਨੂੰ ਇਹਦੇ ਜੋ ਵੀ ਆਕਸੀਜਨ ਵਾਲੀ ਲਾਉਣਾ ਪੈਂਦਾ ਆ, ਜੋ ਉਹਨੂੰ ਲੈਵਲ ਲੋ ਚੱਲ ਜਾਂਦਾ, ਉਹ ਤੋਂ ਇਹ ਮੁਕਤ ਹੋ ਜਾਏਗਾ ਕਿ ਨਹੀਂ ਹੋ ਜਾਏਗਾ, ਕੋਈ ਵੀ ਗਾਰੰਟੀ ਨਹੀਂ ਹੈਗੀ। ਪਰ ਉਹ ਟ੍ਰੀਟਮੈਂਟ ਇਹਦਾ ਚੱਲ ਰਿਹਾ ਆ ਕੈਨੇਡਾ ਦੇ ਵਿੱਚ। ਤਾਂ ਫਿਰ ਇੱਕ ਐਜ਼ ਅ ਮਦਰ ਮੈਨੂੰ ਆਪਾਂ ਨੂੰ ਹੁੰਦਾ ਆ ਕਿ ਜੋ ਵੀ ਆਪਾਂ ਦੁਨੀਆ 'ਚ ਹੋਰ ਕਿਤੇ ਆਯੁਰਵੇਦ ਦੇ ਵਿੱਚ, ਹੋਮਿਓਪੈਥਿਕ, ਜੋ ਵੀ ਕਰਕੇ ਮੈਂ ਸਾਰੇ ਟ੍ਰੀਟਮੈਂਟ ਦੇਖੇ ਕਿ ਕਿੱਥੇ ਕੁਛ ਹੋ ਸਕਦਾ, ਕਿੱਥੇ ਆਰੀਅਨ ਨੋਰਮਲ ਲਾਈਫ ਮਿਲ ਸਕਦੀ ਆ। ਤਾਂ ਫਿਰ ਮੈਨੂੰ ਪਤਾ ਲੱਗਾ ਕਿ US ਦੇ ਵਿੱਚ ਇੱਕ ਨਿਊ ਹੀ ਟ੍ਰੀਟਮੈਂਟ ਸੀ ਕਿ ਉਦੋਂ May 2019 ਦੇ ਵਿੱਚ ਉਹ FDA ਅਪਰੂਵ ਹੋਇਆ ਆ, ਤਾਂ ਜੀਨ ਥੈਰੇਪੀ। ਅਤੇ ਉਹਦੀਆਂ ਟਰਾਇਲ ਕਾਫੀ ਲੰਮੇ ਸਮੇਂ ਤੋਂ ਚੱਲੀਆਂ, ਕੈਨੇਡਾ 'ਚ ਵੀ ਹੋਈਆਂ, ਅਤੇ ਉਹਦੇ ਸਕਸੈਸ ਰੇਟ ਵੀ ਮੈਂ ਦੇਖ ਲਏ। ਮੈਂ ਸਾਰੇ ਫੈਮਲੀਜ਼ ਨਾਲ ਗੱਲ ਕਰ ਲਈ, ਮੈਂ ਜਿਹੜੇ ਵੀ ਬੱਚਿਆਂ ਨੂੰ ਮਿਲਿਆ ਉਹਨਾਂ ਨੂੰ ਦੇਖ ਲਿਆ, ਅਤੇ ਕੰਪਨੀ ਦੇ ਜੋ ਵੀ ਸੀ ਉਹ ਵੀ ਗੱਲ ਕਰ ਲਈ, ਸਾਰਾ ਪਤਾ ਕੀਤਾ। ਤਾਂ ਫਿਰ ਮੈਨੂੰ ਪਤਾ ਲੱਗਿਆ ontario 'ਚ ਇੱਕ ਫੈਮਿਲੀ ਆ ਜਿਹੜੀ ਫੰਡ ਰੇਜ਼ ਕਰ ਰਹੀ ਆ। ਉਹ ਵੀ ਅਗਸਤ ਦੀ ਬੋਰਨ ਆ, ਜਿਹੜੀ ਗਰਲ ਆ, ਜਿੱਦਾਂ ਉਹ ਵੀ ਡਾਇਗਨੋਜ਼ ਆ ਸੇਮ ਟਾਈਪ। SMA ਦੇ ਵੀ ਕਾਫੀ ਟਾਈਪ ਆ, ਪਰ ਜਿਹੜਾ ਟਾਈਪ ਆਰੀਅਨ ਨੂੰ ਹੈਗਾ ਟਾਈਪ 1, ਉਹ ਸਾਰਿਆਂ ਤੋਂ ਡੇਂਜਰਸ ਆ। ਤਾਂ ਫਿਰ ਜਿੱਦਾਂ ਉਹਨਾਂ ਨਾਲ ਉਹ ਮੋਮ ਨਾਲ ਉਹਦੀ ਨਾਲ ਗੱਲ ਹੋਈ, ਈਵਾ ਦੀ ਮੋਮ ਨਾਲ ਗੱਲ ਹੋਈ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਜੀਨ ਥੈਰੇਪੀ ਨੂੰ ਹੀ ਕਰਵਾਉਣਾ ਆ, ਜੋ ਮਰਜ਼ੀ ਹੋ ਜੇ, ਆਪਾਂ ਆਪਣੇ ਬੱਚਿਆਂ ਨੂੰ ਨੋਰਮਲ ਲਾਈਫ ਦੇਣੀ ਆ। ਉਸ ਟਾਈਮ ਉਹਨਾਂ ਨੇ ਅਰਾਊਂਡ 800,000 ਕਰ ਲਿਆ ਸੀ ਕਲੈਕਟ, ਜਿੱਦਾਂ GoFundMe ਪੇਜ 'ਤੇ। ਤਾਂ ਪਰ ਅਸੀਂ ਤਾਂ ਇੰਨੇ ਸ਼ੌਕ 'ਚ ਸੀ, ਸਾਨੂੰ ਪਤਾ ਹੀ ਨਹੀਂ ਸੀ ਅਸੀਂ ਕੀ ਕਰੀਏ, ਇੰਨੀ ਵੱਡੀ ਅਮਾਊਂਟ ਕਿੱਦਾਂ ਕਰੀਏ, ਕੀ ਕਰੀਏ। ਤਾਂ ਫਿਰ ਫੈਬ ਦਾ ਸਾਰਾ ਮੰਥ ਸੀ ਜਿੱਦਾਂ ਇੱਦਾਂ ਹੀ, ਸਾਨੂੰ ਪਤਾ ਹੀ ਨਹੀਂ ਲੱਗਾ। ਮਾਰਚ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀ ਇਹ GoFundMe। ਜੀਨ ਥੈਰੇਪੀ ਬਾਰੇ ਡਾਕਟਰ ਪੁਰਜੀ ਨਾਲ ਜਿਹੜੇ ਪੀਡੀਆਟ੍ਰੀਸ਼ਨ ਨੇ, ਅਸੀਂ ਉਹਨਾਂ ਤੋਂ ਪੁੱਛਿਆ ਇਸ ਥੈਰੇਪੀ ਬਾਰੇ, ਇਸ ਇਲਾਜ ਬਾਰੇ, ਅਤੇ ਕਿੱਦਾਂ ਆਰੀਅਨ ਦੀ ਮਦਦ ਹੋ ਸਕਦੀ ਹੈ, ਅਤੇ ਉਹਨਾਂ ਦਾ ਇਹ ਕਹਿਣਾ ਸੀ। ਜੀਨ ਥੈਰੇਪੀ ਉਹ ਹੁੰਦੀ ਹੈ ਵੀ ਜਿਹਦੇ ਵਿੱਚ ਸਾਡੀ ਮਿਸਿੰਗ ਜੀਨ ਆ, ਜਿਹਦੇ ਕਰਕੇ ਰੋਗ ਉਤਪੰਨ ਹੁੰਦਾ, ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। SMA1 'ਚ ਜਿਹੜੀ SMN ਜੀਨ ਆ ਉਹ ਨਹੀਂ ਹੁੰਦੀ, ਇਸ ਕਰਕੇ ਜਿਹੜੀ ਰੀੜ੍ਹ ਦੀ ਹੱਡੀ ਦੇ ਐਂਟੀਰੀਅਰ ਹੌਰਨ ਸੈੱਲ, ਜਿੱਥੋਂ ਦੀ ਸਿਗਨਲ ਪਹੁੰਚਣਾ ਮਸਲ ਨੂੰ, ਉਹ ਖਰਾਬ ਹੋਣੇ ਸ਼ੁਰੂ ਹੁੰਦੇ ਆ। ਜੀਨ ਥੈਰੇਪੀ ਪਿਛਲੇ ਵਰੇ ਅਮਰੀਕਾ 'ਚ ਸ਼ੁਰੂ ਹੋਈ SMA ਵਾਸਤੇ। ਇੱਕ ਵਾਇਰਸ ਲਿੱਤਾ ਜਾਂਦਾ ਜਿਹੜਾ ਸਾਨੂੰ ਨੁਕਸਾਨ ਨਹੀਂ ਕਰਦਾ, ਉਹਦੇ ਵਿੱਚ
ਜੀਨ ਪਾਈ ਜਾਂਦੀ ਆ ਜਿਹੜੀ ਸਾਡੇ ਰੀੜ੍ਹ ਦੀ ਹੱਡੀ 'ਚ ਜਾ ਕੇ ਵਾਇਰਸ ਉਸ ਡਿਫੈਕਟਿਵ ਜੀਨ ਨੂੰ ਰਿਪੇਅਰ ਕਰਕੇ ਫਿਰ ਸੁਰਜੀਤ ਹੋ ਕੇ ਪ੍ਰੋਟੀਨ ਬਣਾਉਣ ਲੱਗ ਪੈਂਦਾ, ਜਿਹਦੇ ਨਾਲ ਸਿਗਨਲ ਅਗਾਂਹ ਮਸਲ ਨੂੰ ਪਹੁੰਚਣ ਦੀ ਹਿਦਾਇਤ ਮਿਲਦੀ ਹੈ। ਜੀਨ ਥੈਰੇਪੀ ਕਾਫੀ ਮਹਿੰਗੀ ਹੈ, ਕਰੀਬਨ 3 ਮਿਲੀਅਨ ਕੈਨੇਡੀਅਨ ਡਾਲਰ ਲੱਗਦਾ ਹੈ ਔਰ ਸਿਰਫ ਅਮਰੀਕਾ 'ਚ ਇਸ ਵਾਰੀ ਹੋ ਰਹੀ ਹੈ। ਔਰ ਆਉਣ ਵਾਲੇ ਸਮੇਂ 'ਚ ਸਾਨੂੰ ਆਸ ਹੈਗੀ ਆ ਹੋਰ ਕਾਫੀ ਰੋਗ ਜਿਹੜੇ ਜੈਨੇਟਿਕਸ ਦੇ ਨਾਲ ਸੰਬੰਧ ਆ ਉਹਦਾ ਵੀ ਇਲਾਜ ਜੀਨ ਥੈਰੇਪੀ ਦੇ ਨਾਲ ਹੋ ਸਕਦਾ ਹੈ। ਇਹ ਸਨ ਡਾਕਟਰ ਪੁਰਜੀ ਜੋ ਕਿ ਆਰਿਅਨ ਦੇ ਇਲਾਜ ਵਾਸਤੇ ਜੀਨ ਥੈਰੇਪੀ ਲਈ ਜੋ ਪੈਸੇ ਇਕੱਠੇ ਕੀਤੇ ਜਾ ਰਹੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਸੀ। ਕਈ ਵਾਰੀ ਜਦੋਂ ਵੀ ਜ਼ਰੂਰਤ ਪੈਂਦੀ ਹੈ, ਜਦੋਂ ਇਨੀਸ਼ੀਏਟਿਵਸ ਕਮਿਊਨਿਟੀ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਹੈ, ਜਿੱਥੇ ਕਮਿਊਨਿਟੀ ਵੱਧ ਚੜ੍ਹ ਕੇ ਉਸ ਦੇ ਵਿੱਚ ਯੋਗਦਾਨ ਪਾਉਂਦੀ ਹੈ, ਉੱਥੇ ਬਹੁਤ ਹੀ ਘੱਟ ਮੰਨੀਆਂ ਪ੍ਰਮੰਨੀਆਂ ਇਹੋ ਜਿਹੀਆਂ ਹਸਤੀਆਂ ਹੁੰਦੀਆਂ ਨੇ ਜੋ ਅਗਾਂਹ ਵੱਧ ਕੇ ਕਹਿੰਦੀਆਂ ਨੇ ਕਿ ਨਹੀਂ, ਇਹਦੇ ਵਿੱਚ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ, ਸਾਨੂੰ ਵੀ ਮਦਦ ਕਰਨੀ ਚਾਹੀਦੀ ਹੈ, ਸਾਨੂੰ ਵੀ ਆਪਣਾ ਸੈਲੇਬ੍ਰਿਟੀ ਸਟੇਟਸ ਇਸਤੇਮਾਲ ਕਰਨਾ ਚਾਹੀਦਾ ਤਾਂ ਕਿ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਹੋ ਸਕੇ। ਔਰ ਇਹੋ ਜਿਹਾ ਕੀਤਾ ਨੀਰੂ ਬਾਜਵਾ ਨੇ। ਨੀਰੂ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ। ਨੀਰੂ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਦੋਂ ਸੁਣੀ ਸੀ ਆਰਿਅਨ ਦੀ ਕਹਾਣੀ? ਕਦੋਂ ਪਤਾ ਲੱਗਾ ਕਿ ਮੈਂ ਮਦਦ ਕਰਨੀ ਹੀ ਕਰਨੀ ਹੈ? ਮੈਨੂੰ 2 ਹਫ਼ਤੇ ਪਹਿਲਾਂ ਰੀਨੂ ਮੇਰੀ ਜੋ ਬਹੁਤ ਹੀ ਸਪੈਸ਼ਲ ਮੇਕਅਪ ਆਰਟਿਸਟ ਬਲੂ ਰੂਬੀ ਆਰਟਿਸਟਰੀ, ਉਹਨਾਂ ਨੇ ਮੈਨੂੰ ਆਰਿਅਨ ਦੀ ਲਿੰਕ ਭੇਜੀ ਅਤੇ ਹਰਪ੍ਰੀਤ ਵਾਜ਼ ਐਕਚੁਅਲੀ ਰੀਨੂਜ਼ ਬਰਾਈਡ। ਸੋ ਹਰਪ੍ਰੀਤ ਜੀ ਨੇ ਰੀਨੂ ਨੂੰ ਕੋਂਟੈਕਟ ਕੀਤਾ, ਫਿਰ ਰੀਨੂ ਨੇ ਮੈਨੂੰ, ਅਤੇ ਮੈਨੂੰ ਆਰਿਅਨ ਦੀ ਦਾ ਲਿੰਕ ਜਿਹੜੀ ਸਟੋਰੀ ਹੈ ਉਹਦੀ ਵੀਡੀਓ ਬਣਾਈ ਆ ਉਹ ਮੈਨੂੰ ਭੇਜੀ ਅਤੇ ਮੈਂ ਦੇਖੀ ਐਂਡ ਆਈ ਵਾਜ਼ ਕਨੈਕਟਡ ਰਾਈਟ ਅਵੇ ਅਤੇ ਮੈਂ ਉਸੀ ਸੈਕਿੰਡ ਉਸੀ ਟਾਈਮ ਮੈਂ ਪੋਸਟ ਕਰਤਾ ਐਂਡ ਜਿਸ ਦਿਨ ਦੀ ਆਰਿਅਨ ਨੂੰ ਦੇਖਿਆ ਵਾ ਉਹਦੀ ਵੀਡੀਓ ਦੇਖੀ ਤਾਂ ਮੀ ਐਂਡ ਮਾਈ ਹਸਬੈਂਡ ਵੀ ਹੈਵਨ ਸਟਾਪ ਟਾਕਿੰਗ ਅਬਾਊਟ ਇਟ, ਮਾਈ ਫੈਮਿਲੀ ਬਸ ਆਹੀ ਸੋਚਦੇ ਰਹਿੰਦੇ ਹਾਂ ਕਿ, ਅਤੇ ਜਦੋਂ ਮੈਂ ਪੋਸਟ ਕੀਤਾ ਸੀ ਉਦੋਂ 40,000 ਹੀ ਸੀ। ਅਤੇ ਮੈਂ ਹਮੇਸ਼ਾ ਹੀ ਆਈ ਡੋਂਟ ਥਿੰਕ ਦੈਟ ਆਈ ਐਮ ਗੋਡ ਔਰ ਐਨੀਥਿੰਗ, ਆਈ ਐਮ ਐਬਸੋਲੂਟਲੀ ਨਾਟ, ਪਰ ਜਦੋਂ ਮੈਂ ਨੰਬਰਸ ਦੇਖੇ ਪੋਸਟ ਕਰਨ ਤੋਂ ਬਾਅਦ ਐਂਡ ਜਸਟ ਲਿਟਲ ਬਿਟ ਪੁਸ਼ਿੰਗ ਇਟ, ਅਤੇ ਸਿਰਫ 2 ਹਫ਼ਤਿਆਂ ਦੇ ਵਿੱਚ ਹੀ 1.1 ਮਿਲੀਅਨ ਹੋ ਚੁੱਕਿਆ ਹੈ ਅੱਜ। ਨੋ, ਇਟਸ ਆਲਮੋਸਟ 1.3 ਮਿਲੀਅਨ ਟੁਡੇ, ਆਈ ਐਮ ਸੋ ਸੌਰੀ। ਕੌਨਫੀਡੈਂਸ बढ़ ਗਿਆ ਆਪਦੇ ਆਪ ਵਿੱਚ ਵੀ। ਮੈਂ ਹਟਣਾ ਨਹੀਂ ਜਦੋਂ ਤੱਕ ਆਰਿਅਨ ਨੂੰ ਇਹ ਪੂਰੇ 2.8 ਮਿਲੀਅਨ ਨਹੀਂ ਮਿਲਦੇ। ਐਂਡ I just I'm just a platform ਕਿ ਮੈਂ ਮੈਨੂੰ ਪਤਾ ਹੈ ਕਿ ਜੋ ਵੀ ਕੀਤਾ ਕਮਿਊਨਿਟੀ ਨੇ ਕੀਤਾ, ਸਾਡੇ ਲੋਕਾਂ ਨੇ ਕੀਤਾ, they just need to see Aryan, they just need to connect with Aryan, ਜੋ ਵੀ ਉਹਨੂੰ ਦੇਖੇਗਾ they're just gonna open up their pockets। ਇੱਕ ਨਾ ਸੈਲੇਬ੍ਰਿਟੀ ਹੋਣ ਦੇ ਨਾਤੇ ਤੁਹਾਨੂੰ ਬਹੁਤ ਸਾਰੇ ਲੋਕ ਅਪਰੋਚ ਕਰਦੇ ਨੇ ਕਿ ਤੁਸੀਂ ਸੋਸ਼ਲ ਐਫਰਟਸ ਦੇ ਵਿੱਚ ਆਪਣਾ ਯੋਗਦਾਨ ਪਾਓ। ਆਈ ਐਮ ਸ਼ੋਰ ਯੂ ਗੈਟ ਟਨਸ ਐਂਡ ਟਨਸ ਆਫ ਪੀਪਲ ਕੰਟੈਕਟਿੰਗ ਯੂ ਰੈਗੂਲਰ ਬੇਸਿਸ 'ਤੇ। ਮੈਨੂੰ ਇਹ ਲੱਗਦਾ ਕਿ ਇਹ ਕਹਾਣੀ ਤੁਹਾਡੇ ਨਾਲ ਇਸ ਕਰਕੇ ਵੀ ਜ਼ਿਆਦਾ ਜੁੜੀ, ਤੁਹਾਡੇ ਦਿਲ ਉੱਤੇ ਜ਼ਿਆਦਾ ਅਸਰ ਕੀਤਾ ਕਿਉਂਕਿ ਹਾਲ ਹੀ ਦੇ ਵਿੱਚ ਨੀਰੂ ਨੇ 2 ਬੇਟੀਆਂ ਨੂੰ ਜਨਮ ਦਿੱਤਾ ਔਰ ਉਹ ਵੀ ਪ੍ਰੀਮੈਚੁਰ ਸੀ। ਜੀ, ਉਹ ਵੀ 2 ਮਹੀਨੇ ਪ੍ਰੀਮੈਚੁਰ ਸੀ। 2 ਮਹੀਨੇ ਪ੍ਰੀਮੈਚੁਰ ਸੀ ਔਰ ਉਸ ਦੁਖਾਂਤ ਤੋਂ ਲੰਘਣਾ ਕਿਸੇ ਵੀ ਪੇਰੈਂਟ ਵਾਸਤੇ ਸੌਖਾ ਨਹੀਂ ਹੁੰਦਾ। ਨਹੀਂ, ਬਿਲਕੁਲ ਨਹੀਂ। ਮਤਲਬ ਉਹ ਜਦੋਂ ਪੈਦਾ ਹੁੰਦੇ ਇੰਨੇ ਕੁ 'ਚ ਹੁੰਦੇ ਆ, ਉਹਨਾਂ ਦੇ ਅੰਦਰ ਟਿਊਬ ਐਂਡ ਆਲ ਦੈਟ, ਮਤਲਬ ਉਹ ਤੁਸੀਂ ਸੌਂ ਨਹੀਂ ਸਕਦੇ। ਜਦੋਂ ਵੀ ਫੋਨ ਰਿੰਗ ਹੁੰਦਾ ਜਾਂ ਮੈਂ ਵੀ ਹੋਸਪਿਟਲ ਸੀਗੀ 2 ਵੀਕਸ ਕਿਉਂਕਿ ਮੈਨੂੰ ਬਲੱਡ ਇਨਫੈਕਸ਼ਨ ਹੋ ਗਿਆ ਸੀ, ਬਟ ਰਾਤ ਨੂੰ ਜਾ ਕੇ ਵੀਲ ਚੇਅਰ ਜਾ ਕੇ ਦੇਖਣਾ ਕਿ ਆਰ ਦੇ ਓਕੇ, ਆਰ ਦੇ ਬਰੀਦਿੰਗ, ਆਰ ਦੇ ਦਿਸ, ਆਰ ਦੇ ਦੈਟ। ਸੋ ਬਟ ਮੈਂ ਫਿਰ ਵੀ ਮੈਂ ਇਮੈਜਿਨ ਨਹੀਂ ਕਰ ਸਕਦੀ ਇਹਨਾਂ ਦੇ ਦਿਲ ਦੇ ਉੱਤੇ ਕੀ ਬੀਤ ਰਿਹਾ, ਬਿਕਾਜ਼ ਐਵਰੀ ਡੇ ਇਹਨਾਂ ਦੇ ਉੱਤੇ ਇਹ ਦੇਖਦੇ ਆ ਰਹੇ ਨੂੰ ਉਸ ਤਕਲੀਫ 'ਚ। ਮੈਂ ਦੇਖਿਆ, ਮੈਂ ਜਾ ਕੇ ਆਰਿਅਨ ਨੂੰ ਦੇਖਿਆ, ਅਤੇ ਉਹ ਕਿਉਂ ਜ਼ਰੂਰੀ ਸੀ ਨੀਰੂ ਆਰਿਅਨ ਨੂੰ ਜਾ ਕੇ ਪਰਸਨਲੀ ਮਿਲਣਾ? ਉਹ ਤਜਰਬਾ ਕਿਹੋ ਜਿਹਾ ਸੀ ਜਦੋਂ ਉਹਨਾਂ ਨੂੰ ਉਹਨੂੰ ਹੋਲਡ ਕੀਤਾ, ਉਹਨੂੰ ਮਿਲੇ ਹੋ? ਮੈਂ ਰੋਣਾ ਨਹੀਂ ਮੰਗਦੀ ਰੀਅਲੀ, ਆਈ ਐਮ ਜਸਟ ਉਹਦਾ ਬਚਣਾ ਬਹੁਤ ਜ਼ਰੂਰੀ ਆ। ਆਈ ਦੈਟਸ ਆਲ। ਮੈਂ ਹੁਣ ਫੁਲਕੀਆਂ ਗੱਲਾਂ ਨਹੀਂ ਕਰਦੇ। ਦ ਫੈਕਟ ਇਜ਼ ਕਿ ਆਰਿਅਨ ਕੋਲ ਬਿਲਕੁਲ ਟਾਈਮ ਹੈ ਨਹੀਂ, ਬਿਲਕੁਲ ਟਾਈਮ ਹੈ ਨਹੀਂ। ਉਹ ਸੀਰੀਅਸਲੀ ਜਿਵੇਂ ਹਰਪ੍ਰੀਤ ਜੀ ਦੱਸ ਚੁੱਕਿਆ, ਉਹ ਆਪਦਾ ਸੈਕਿੰਡ ਬਰਥਡੇ ਨਹੀਂ ਦੇਖ ਸਕੂਗਾ ਜੇ ਅਸੀਂ ਸਾਰਿਆਂ ਨੇ ਮਿਲ ਕੇ ਇਹ ਪੈਸੇ ਇਕੱਠੇ ਨਹੀਂ ਕੀਤੇ। ਦੈਟਸ ਅ ਫੈਕਟ। ਐਂਡ ਆਈ ਥਿੰਕ ਕਿ ਸਾਡੇ ਸਾਰਿਆਂ ਦੀ ਜ਼ਿੰਮੇਦਾਰੀ ਆ, ਉਹ ਸਾਰੀ ਕਮਿਊਨਿਟੀ ਦਾ ਬੱਚਾ ਹੈ, ਅਤੇ ਦੁਨੀਆ ਭਰ 'ਚ ਕਿੰਨੇ ਪੰਜਾਬੀ, ਮੈਂ ਇਹ ਨਹੀਂ ਕਹਿ ਰਹੀ ਕਿ ਥਾਊਜ਼ੈਂਡਸ ਜਾਂ ਡਾਲਰਸ ਡੋਨੇਟ ਕਰੋ ਜਾਂ 500, ਜੇ ਹਰ ਇੱਕ ਬੰਦਾ ਆਈ ਮੀਨ ਇਵਨ $5, ਸਾਡੀ ਕਿੰਨੀ ਪੋਪੂਲੇਸ਼ਨ ਆ ਪੰਜਾਬੀਆਂ ਦੀ, ਆਈ ਐਮ ਜਸਟ ਟਾਕਿੰਗ ਅਬਾਊਟ ਪੰਜਾਬੀਜ਼, ਬਟ
ਪਲੀਜ਼ ਦਿਲ ਖੋਲ੍ਹ ਕੇ ਡੋਨੇਟ ਕਰੋ, ਜੋ ਵੀ ਤੁਹਾਡੇ ਕੋਲੋਂ ਹੁੰਦਾ, $1 $2 $5 ਜੋ ਕੁਛ ਵੀ। ਬਸ ਮੈਨੂੰ ਪਤਾ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਇਹ ਪੈਸੇ ਇਕੱਠੇ ਕਰਨੇ ਆ। there's no other choice and we will do it, but we have to do it ASAP. ਵੀ ਵਿਲ ਡੂ ਇਟ। ਆਰੀਅਨ ਦਿਓਲ ਵਾਸਤੇ ਜਿਹੜਾ GoFundMe ਦਾ ਉਪਰਾਲਾ ਸ਼ੁਰੂ ਕੀਤਾ ਗਿਆ, ਉਸ ਦਾ GoFundMe ਪੇਜ ਤੁਸੀਂ ਫੇਸਬੁੱਕ ਉੱਤੇ ਲੱਭ ਸਕਦੇ ਹੋ। ਆਰੀਅਨ ਦਿਓਲ GoFundMe ਹਰ ਪਾਸੇ ਤੁਹਾਨੂੰ ਮਿਲੇਗਾ ਬਹੁਤ ਈਜ਼ੀਲੀ। ਜਦੋਂ ਤੁਸੀਂ ਗੂਗਲ ਕਰਦੇ ਹੋ ਆਰੀਅਨ ਦਿਓਲ ਦਾ ਨਾਂ ਤਾਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ। ਨੀਰੂ, ਇੰਡਸਟਰੀ ਨੂੰ ਤੁਸੀਂ ਨਾਲ ਜੋੜਿਆ ਜੀ ਕੱਲ੍ਹ ਰਾਤ, ਜੀ ਅਤੇ ਉਸ ਤੋਂ ਬਾਅਦ ਜ਼ਾਹਰ ਹੈ ਕਿ ਉਹ ਜਿਹੜੇ ਇੰਡਸਟਰੀ ਦੇ ਆਰਟਿਸਟ ਨੇ, ਕਲਾਕਾਰ ਨੇ, ਉਹਨਾਂ ਦੇ ਫੈਨਸ ਨੇ ਫੋਲੋ ਕਰਨਾ ਸ਼ੁਰੂ ਕੀਤਾ। ਇੰਡੀਆ ਤੋਂ ਸਾਨੂੰ ਮੈਸੇਜਸ ਆ ਰਹੇ ਨੇ ਕਿ ਕਿੱਦਾਂ ਡੋਨੇਟ ਕੀਤਾ ਜਾ ਸਕਦਾ। ਪਰ ਕਈ ਵਾਰੀ ਐਂ ਲੱਗਦਾ ਹੁੰਦਾ ਹੈ ਕਿ ਜਿੱਥੇ ਇਹ ਸਾਰੇ ਕਲਾਕਾਰ ਪੋਸਟ ਤਾਂ ਕਰ ਰਹੇ, ਇਹਨਾਂ ਦੇ ਵਿੱਚੋਂ ਕਿੰਨੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੀਆਂ ਪਾਕਟਸ ਖੋਲ੍ਹ ਕੇ ਡੋਨੇਟ ਵੀ ਕੀਤਾ? ਉਹ ਮੈਨੂੰ ਪਤਾ ਨਹੀਂ, ਬਟ ਮੈਨੂੰ ਵੀ ਕਾਫੀ ਮੈਸੇਜਸ ਆਏ ਵੀ ਤੁਸੀਂ ਸਾਰੇ ਪੈਸੇ ਦੇ ਦਿਓ। ਆਈ ਵਿਸ਼ ਆਈ ਕੁਡ, ਆਈ ਰੀਅਲੀ ਵਿਸ਼ ਆਈ ਹੈਡ ਦੈਟ ਮਚ ਮਨੀ ਐਂਡ ਆਈ ਕੁਡ ਗਿਵ ਆਲ ਆਫ ਦੈਟ ਅਤੇ ਮੈਂ ਆਰੀਅਨ ਨੂੰ ਬਚਾ ਲਵਾਂ। ਬਟ ਸਾਰੇ ਆਪਦਾ ਥੋੜ੍ਹਾ ਥੋੜ੍ਹਾ ਜਿੰਨਾ ਹੀ ਉਹ ਕੰਟਰੀਬਿਊਟ ਕਰ ਸਕਦੇ ਆ, ਲੈਟ them ਡੂ ਇਟ। ਕਾਹ ਤੋਂ ਪੁੱਛਣਾ ਕਿਹੜੇ ਆਰਟਿਸਟ ਨੇ ਕੀ ਕੀਤਾ? ਉਹਨਾਂ ਨੇ ਉਹ ਪੋਸਟ ਕਰ ਰਹੇ, ਉਹਨਾਂ ਦੇ ਮਿਲੀਅਨਸ ਐਂਡ ਮਿਲੀਅਨਸ ਆਫ ਫੈਨਸ ਆ, ਦੇ ਕੈਨ ਇਨਫਲੂਐਂਸ ਪੀਪਲ, ਉਹੀ ਬਹੁਤ ਜ਼ਿਆਦਾ ਹੈ। ਸੋ ਯਾ ਔਰ ਜਿਹੜੀ ਅਪੀਲ ਤੁਸੀਂ ਕੱਲ੍ਹ ਰਿਕਾਰਡ ਕੀਤੀ ਸੀ, ਉਹਦੇ ਵਿੱਚ ਤੁਸੀਂ ਇਹ ਵੀ ਕਿਹਾ ਸੀ ਕਿ ਮੈਂ ਅੱਜ ਤੱਕ ਕਦੇ ਕਿਸੇ ਵੀ ਆਰਟਿਸਟ ਤੋਂ ਜਾਂ ਇੰਡਸਟਰੀ ਦੇ ਕਿਸੇ ਬੰਦੇ ਤੋਂ ਕੁਛ ਨਹੀਂ ਮੰਗਿਆ, ਪਹਿਲੀ ਵਾਰੀ ਕੁਛ ਮੰਗਿਆ, ਅਤੇ ਉਹ ਇਹ ਮੰਗਿਆ ਕਿ ਆਰੀਅਨ ਦੀ ਮਦਦ ਹੋ ਸਕੇ। ਹਰਪ੍ਰੀਤ, ਗਗਨ, ਤੁਹਾਡੇ ਵਾਸਤੇ ਨੀਰੂ ਦਾ ਇਸ ਉਪਰਾਲੇ ਨਾਲ ਜੁੜਨਾ, ਆਰੀਅਨ ਦੀ ਜਿਹੜੀ ਇਹ ਫਾਈਟ ਹੈ ਇਸ ਦੇ ਨਾਲ ਆਪਣਾ ਨਾਂ ਜੋੜਨਾ, ਇਸ ਨਾਲ ਕੀ ਫ਼ਰਕ ਪਿਆ? ਕੀ ਚੇਂਜਸ ਤੁਸੀਂ ਦੇਖੇ ਨੇ? ਇਹ ਕਿਉਂ ਜ਼ਰੂਰੀ ਸੀ? ਹਾਂਜੀ, ਹੁਣ ਅਸੀਂ ਇਕੱਲੇ ਨਹੀਂ ਫੀਲ ਕਰਦੇ ਐਕਚੁਅਲੀ। ਸਾਡੀ ਕੋਈ ਲਿੰਕ ਨਹੀਂ ਹੈਗੇ, ਸਾਡੀ ਕੋਈ ਜ਼ਿਆਦਾ ਕਿਸੇ ਤੱਕ ਪਹੁੰਚ ਨਹੀਂ ਹੈਗੀ। ਮਤਲਬ ਬਹੁਤ ਹੀ ਸਟਾਰਟਿੰਗ ਦੇ ਵਿੱਚ ਹੀ ਜਦੋਂ ਅਸੀਂ ਇੱਕ 39,000 'ਤੇ ਖੜ੍ਹੇ ਸੀ, ਤਾਂ ਉੱਥੇ ਮੈਂ ਰੇਨੂ ਦੀਦੀ ਨੂੰ ਮੈਸੇਜ ਕੀਤਾ ਸੀ ਕਿ ਜੇ ਆਪਣੀ ਨੀਰੂ ਜੀ ਨਾਲ ਗੱਲ ਹੋ ਜੇ, ਤਾਂ ਉਹਨਾਂ ਨੇ ਕਿਹਾ ਮੈਂ ਹੁਣੇ ਕਰਦੀ ਹਾਂ। ਤਾਂ ਨਾਲ ਦੀ ਨਾਲ ਹੀ ਮੈਨੂੰ ਆ ਗਿਆ ਮੈਸੇਜ ਕਿ ਸ਼ੀ ਪੋਸਟਡ, ਹੈ ਨਾ। ਤਾਂ ਉਸ ਤੋਂ ਬਾਅਦ ਜਿੱਦਾਂ ਅਸੀਂ ਇੱਦਾਂ ਤੁਰੇ ਕਿ ਵਿਦਿਨ 2 ਵੀਕਸ ਅਸੀਂ 1.3 ਮਿਲੀਅਨ 'ਤੇ ਪਹੁੰਚ ਗਏ ਹਾਂ। ਪਤਾ ਨਹੀਂ ਇੰਨੇ ਨਾਈਸ ਆ ਇਹ। ਮੈਨੂੰ ਉਸ ਦਿਨ ਦਾ ਜਦੋਂ ਇਹ ਘਰ ਆਏ, ਆਰੀਅਨ ਨੂੰ ਮਿਲੇ, ਹੈ ਨਾ, ਮੈਨੂੰ ਬੜਾ ਮੈਂ ਨਰਵਸ ਸੀ ਕਿ ਆਉਣਾ ਆ ਕਿੱਦਾਂ, ਹੈ ਨਾ। ਤਾਂ ਪਰ ਲੱਗਿਆ ਹੀ ਨਹੀਂ, ਲੱਗਦਾ ਕਿ ਪਤਾ ਨਹੀਂ ਕਦੋਂ ਤੋਂ ਅਸੀਂ ਜਾਣਦੇ ਹਾਂ, ਕਦੋਂ ਤੋਂ ਅਸੀਂ ਈਵਨ ਕਿ ਕਦੇ ਇੱਦਾਂ ਹੁਣ ਵੀ ਇੱਦਾਂ ਲੱਗਦਾ ਕੋਈ ਨਹੀਂ ਆਪਾਂ ਕਹਿ ਦਾਂਗੇ, ਆਪਾਂ ਇੱਦਾਂ ਕਰ ਲਾਂਗੇ, ਹੈ ਨਾ। ਲੱਗਦਾ ਹੀ ਨਹੀਂ। ਇਹਨਾਂ ਨੇ ਵੀ ਮੈਨੂੰ ਕਿਹਾ ਕਿ ਜਦੋਂ ਲੋੜ ਆ, ਜਦੋਂ ਵੀ ਆਰੀਅਨ ਲਈ ਕੁਛ ਵੀ ਕਰਨਾ, ਮੈਂ ਨਾਲ ਆ। ਬਹੁਤ ਵੱਡਾ ਸਹਾਰਾ ਮਿਲਿਆ, ਬਹੁਤ ਹੀ ਵੱਡਾ ਸਹਾਰਾ। ਕਿਉਂਕਿ ਜਿੱਦਾਂ ਕਹਿੰਦੇ ਹੁੰਦੇ ਵੀ ਵਾਹਿਗੁਰੂ ਹਰ ਥਾਂ ਤਾਂ ਨਹੀਂ ਖੜਾ ਹੋ ਸਕਦਾ, ਹਰ ਥਾਂ ਨਹੀਂ ਕਿਸੇ ਲਈ ਆ ਸਕਦਾ, ਕੋਈ ਨਾ ਕੋਈ ਜ਼ਰੀਆ ਬਣਾਉਂਦਾ, ਕਿਸੇ ਨੂੰ ਭੇਜ ਦਿੰਦਾ। ਸਾਡੇ ਲਈ ਨੀਰੂ ਬਾਜਵਾ ਜੀ। Oh my God, that's too sweet. Thank you. Yeah. ਤੁਹਾਡੇ ਵਾਸਤੇ ਹਰਪ੍ਰੀਤ, ਕਮਿਊਨਿਟੀ ਵਿੱਚੋਂ ਬਹੁਤ ਸਾਰੇ ਲੋਕ ਨਾ, ਜਦੋਂ ਸੇਵਾ ਭਾਵਨਾ ਦੀ ਗੱਲ ਆਉਂਦੀ ਹੈ ਤਾਂ ਪੰਜਾਬੀ ਕਮਿਊਨਿਟੀ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ ਕਿ ਹਰ ਉਪਰਾਲੇ ਦੇ ਵਿੱਚ ਅਸੀਂ ਅੱਗੇ ਹਾਂ। ਕਮਿਊਨਿਟੀ ਦੇ ਲੋਕ ਹੋਰ ਵੀ ਜੁੜੇ ਨੇ, ਬਿਜ਼ਨਸਿਸ ਵੀ ਜੁੜੇ ਨੇ, ਕਿ ਜੋ ਕੁਛ ਵੀ ਹੋ ਰਿਹਾ ਉਹ GoFundMe ਦੇ ਰਾਹੀਂ ਹੋ ਰਿਹਾ? ਨਹੀਂ, ਮੈਨੂੰ ਨਹੀਂ ਲੱਗਦਾ, ਹੈ ਨਹੀਂ ਨਾ। ਹਾਲੇ ਤੱਕ ਜਿੱਦਾਂ ਜੋ ਸੋਸ਼ਲ ਮੀਡੀਆ ਦੇ ਥਰੂ ਜਾਂ ਸੋਸ਼ਲ ਮੀਡੀਆ, TV ਚੈਨਲ, ਰੇਡੀਓ ਚੈਨਲ, ਜਾਂ ਇਹਨਾਂ ਰਾਹੀਂ ਹੋ ਰਿਹਾ। ਹਾਂਜੀ ਨੀਰੂ, ਇੱਕ ਲਾਸਟ ਅਪੀਲ ਜੇ ਆਡੀਅנס ਨੂੰ ਕਰਨੀ ਹੋਵੇ ਕਿ ਇਸ ਫੰਡ ਰੇਜ਼ਿੰਗ ਦੇ ਵਿੱਚ ਇਹਨਾਂ ਦੇ ਸਾਥ ਦੀ ਕਿਉਂ ਲੋੜ ਹੈ, ਸੁਣਨ ਵਾਲਿਆਂ ਦੀ, ਕਿਉਂ ਇਸ ਪੇਜ ਉੱਤੇ ਜਾ ਕੇ ਡੋਨੇਟ ਕਰਨਾ ਜ਼ਰੂਰੀ ਹੈ? ਤੁਹਾਡੇ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਆ, ਅਤੇ ਹੁਣ ਸਾਥ ਦੀ ਜ਼ਰੂਰੀ ਆ। ਕੋਈ ਟਾਈਮ ਹੈ ਨਹੀਂ ਸਾਡੇ ਕੋਲ, 1 ਸੈਕਿੰਡ 1 ਮਿੰਟ ਹੈ ਨਹੀਂ। ਜੇ ਤੁਸੀਂ ਮੈਨੂੰ ਸੁਣ ਰਹੇ ਹੋ, ਜੇ ਤੁਸੀਂ ਆਰੀਅਨ ਬਾਰੇ ਸੁਣ ਚੁੱਕੇ ਹੋ, ਉਹਨੂੰ ਦੇਖ ਚੁੱਕੇ ਹੋ, ਹੁਣੇ ਉਸ ਫੰਡ ਨੂੰ ਖੋਲ੍ਹੋ, ਲਿੰਕ ਨੂੰ ਪ੍ਰੈਸ ਕਰੋ ਅਤੇ ਡੋਨੇਟ ਕਰੋ। ਕਿਉਂਕਿ ਮੈਂ ਕਿੰਨੀ ਕਲੀਅਰਲੀ ਤੁਹਾਨੂੰ ਕਿਵੇਂ ਦੱਸਾਂ ਕਿ ਅਰਜੈਂਸੀ ਹੈ ਇਸ ਮੈਟਰ ਦੇ ਵਿੱਚ। ਆਰੀਅਨ ਵਿਲ ਨਾਟ ਸਰਵਾਈਵ, ਹੀ ਵਿਲ ਨਾਟ ਸੀ ਹਿਜ਼ ਸੈਕਿੰਡ ਬਰਥਡੇ। ਉਹ ਆਪਣਾ ਦੂਜਾ ਬਰਥਡੇ ਨਹੀਂ ਦੇਖ ਸਕੂਗਾ ਜੇ ਤੁਸੀਂ ਸਾਰਿਆਂ ਨੇ ਡੋਨੇਟ ਨਹੀਂ ਕੀਤਾ। ਇਹ ਇੰਨੀ ਸੀਰੀਅਸ ਗੱਲ ਆ। ਸੋ ਮੈਂ ਤੁਹਾਡੇ ਅੱਗੇ ਹੱਥ ਬੰਨ੍ਹਦੀ ਆ, ਬੇਨਤੀ ਆ, ਪਲੀਜ਼ ਆਈ ਬੈਗ ਯੂ ਆਲ ਟੂ ਪਲੀਜ਼ ਡੋਨੇਟ whatever you can to Aryan and save his life, please. ਜਦੋਂ ਤੁਸੀਂ GoFundMe ਦੇ ਪੇਜ 'ਤੇ ਜਾਂਦੇ ਹੋ ਨਾ, ਤਾਂ ਉੱਥੇ ਡੋਨੇਸ਼ਨਸ ਜਿਹੜੀਆਂ ਨੇ ਲੋਕਾਂ ਦੀਆਂ, ਉਹ $50 ਤੋਂ ਸ਼ੁਰੂ ਹੋ ਕੇ $100, ਫਿਰ $500, $1000, ਕਈਆਂ ਨੇ $8,000 ਜਿਹੜੇ ਉਹ ਡੋਨੇਟ ਕੀਤੇ।
ਸੋ ਦਿਲ ਬਹੁਤ ਵੱਡਾ ਕਮਿਊਨਿਟੀ ਦਾ। ਆਈ ਥਿੰਕ ਇਟਸ ਜਸਟ ਅ ਮੈਟਰ ਆਫ ਲੈਟਿੰਗ them know ਕਿ ਕਿੱਦਾਂ ਡੋਨੇਟ ਕੀਤਾ ਜਾ ਸਕਦਾ। ਸੋ ਆਪਣੇ ਜਿਹੜੇ ਕੰਟੈਕਟ ਨੰਬਰਸ ਨੇ, ਕਿਉਂਕਿ ਮੈਨੂੰ ਇੰਡੀਆ ਤੋਂ ਵੀ ਬਹੁਤ ਮੈਸੇजेस ਆ ਰਹੇ ਨੇ ਜਿਹੜੇ ਲੋਕ ਡੋਨੇਟ ਕਰਨਾ ਚਾਹੁੰਦੇ, ਖਾਸ ਕਰ ਨੀਰੂ ਦੀ ਅਪੀਲ ਤੋਂ ਬਾਅਦ। ਹਾਂਜੀ, ਉਹਦੇ ਲਈ media ਤੇ- ਅਕਾਊਂਟ ਹੈ, ਕਿਉਂਕਿ ਇੰਡੀਆ ਵਾਲੇ ਗੋਫੰਡਮੀ ਪੇਜ ਸੇ ਨਹੀਂ, ਉਹ ਐਕਸੈਪਟ ਨਹੀਂ ਕਰਦੇ ਗੋਫੰਡਮੀ ਪੇਜ ਵਾਲੇ। ਇੰਡੀਆ ਹੈ ਨਾ ਸਰ, ਅਕਾਊਂਟ ਖੋਲ੍ਹਿਆ ਹੋਇਆ ਹੁਣ ਆਰੀਅਨ ਦੇ ਲਈ। ਉਹਦੀ ਇਨਫੋਰਮੇਸ਼ਨ ਅਸੀਂ ਹੁਣੇ ਦੇ ਦਈਏ ਕਿ ਯਾ ਨਹੀਂ, ਆਪਾਂ ਇਨਫੋਰਮੇਸ਼ਨ ਵੀ ਦੇ ਦਿੰਦੇ ਆ। ਤੁਸੀਂ ਗਗਨ ਮੇਬੀ ਫੋਨ ਨੰਬਰ ਆਪਣਾ ਦੇ ਦਿਓ ਜਿਹਦੇ ਤੋਂ ਇਨਫੋਰਮੇਸ਼ਨ ਅੱਗੇ ਦਿੱਤੀ ਜਾ ਸਕਦੀ ਹੈ। ਹਾਂਜੀ, ਫੋਨ ਨੰਬਰ ਮੇਰਾ 778 ਹਮ, 708 6593 ਪੰਜਾਬੀ ਚ ਵੀ ਦੇ ਦਿਓ ਇੱਕ ਵਾਰ। 778 708 6593। ਹਰਪ੍ਰੀਤ, ਐਂਡ ਦੇ ਵਿੱਚ ਕੁਝ ਕਹਿਣਾ ਚਾਹੋਗੇ, ਅਪੀਲ ਕਰਨਾ ਚਾਹੋਗੇ ਕਮਿਊਨਿਟੀ ਨੂੰ? ਹਾਂਜੀ, ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹੁਣ ਪਤਾ ਲੱਗਦਾ ਕਿ ਪੈਸਾ ਕਿੰਨਾ ਜ਼ਰੂਰੀ ਹੈ। ਅੱਜ ਮੇਰੇ ਕੋਲ ਇੰਨਾ ਪੈਸਾ ਹੁੰਦਾ ਕਿ ਮੈਨੂੰ ਕਿਸੇ ਅੱਗੇ ਇੱਦਾਂ ਨਹੀਂ ਆਉਣਾ ਪੈਂਦਾ, ਮੈਂ ਆਪਣੇ ਬੱਚੇ ਨੂੰ ਬਚਾ ਸਕਦੀ। ਬਸ ਮੈਂ ਇਹੀ ਕਹਿੰਦੀ ਹਾਂ, ਇੱਕ ਮਾਂ ਦੀ ਪੁਕਾਰ ਤੁਸੀਂ ਸੁਣ ਸਕਦੇ ਆ। ਇੱਕ ਮੇਰੇ ਬੱਚੇ ਦੀ ਜ਼ਿੰਦਗੀ ਤੁਹਾਡੇ ਹੱਥਾਂ ਦੇ ਵਿੱਚ ਆ। ਜਿੰਨਾ ਵੀ ਹੋ ਸਕਦਾ ਪਲੀਜ਼ ਸਹਿਯੋਗ ਦਿਓ। ਔਖਾ ਟਾਈਮ ਆ, ਬਹੁਤ ਹੀ ਮਾੜਾ ਸਮਾਂ ਆ ਸਾਡੇ 'ਤੇ। ਉਹ ਮਾੜਾ ਸਮਾਂ ਆਪਾਂ ਰਲ ਮਿਲ ਕੇ ਸ਼ਾਇਦ ਤੁਹਾਡੇ ਸਹਿਯੋਗ ਦੇ ਨਾਲ ਸਾਡਾ ਨਿਕਲ ਜੇ। ਨਹੀਂ, ਸਾਰੀ ਲਾਈਫ ਅਸੀਂ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਾਂਗੇ। ਅਸੀਂ ਆਪਣੀ ਜ਼ਿੰਦਗੀ, ਮੈਨੂੰ ਨਹੀਂ ਲੱਗਦਾ ਕਿ ਅਸੀਂ ਜੀ ਸਕਾਂਗੇ ਦੋਨੋਂ ਜਾਣੇ। ਤਾਂ ਸਾਡਾ ਬਹੁਤ ਜ਼ਰੂਰੀ ਆ ਕਿ ਆਪਾਂ ਸਾਰੇ ਰਲ ਮਿਲ ਕੇ ਆਰੀਅਨ ਨੂੰ ਠੀਕ ਕਰ ਲਈਏ, ਬਚਾ ਸਕੀਏ। ਮੈਂ ਬਹੁਤ ਧੰਨਵਾਦ ਕਰਦੀ ਹਾਂ, ਮੈਨੂੰ ਇੰਨਾ ਸਹਿਯੋਗ ਮਿਲਿਆ। ਅਸੀਂ 1.3 ਮਿਲੀਅਨ 'ਤੇ ਪਹੁੰਚ ਗਏ ਹਾਂ। ਬਸ ਥੋੜ੍ਹੀ ਰੇਸ ਹੋਰ, ਮੈਨੂੰ ਪੂਰੀ ਆਸ ਆ ਆਪਾਂ ਕਰ ਸਕਦੇ ਹਾਂ। ਆਪਾਂ ਆਰੀਅਨ ਨੂੰ ਬਚਾਵਾਂਗੇ, ਠੀਕ ਕਰਾਂਗੇ, ਉਹ ਵੀ ਨੋਰਮਲ ਜ਼ਿੰਦਗੀ ਜੀਏਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਗਗਨ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂਜੀ, ਮੇਰੀ ਵੀ ਇਹੋ ਹੀ ਅਪੀਲ ਆ ਵੀ ਜਿੰਨਾ ਵੀ ਵੱਧ ਤੋਂ ਵੱਧ ਕੋਈ ਹੈਲਪ ਕਰ ਸਕਦਾ ਆ, ਹੈ ਨਾ, ਸਾਡੇ ਇਸ ਔਖੇ ਟਾਈਮ 'ਚ ਸਾਡੇ ਨਾਲ ਖੜ੍ਹੇ ਵੀ ਆ। ਤੁਸੀਂ ਬਹੁਤ ਹੈਲਪ ਕੀਤੀ ਆ, ਆਲਮੋਸਟ 1.3 ਮਿਲੀਅਨ ਹੋ ਗਿਆ। ਅਤੇ ਮੈਂ ਵੀ ਇਹੋ ਹੀ ਚਾਹੁੰਦਾ ਆ ਵੀ ਮੇਰਾ ਵੀ ਬੱਚਾ ਬਾਕੀ ਬੱਚਿਆਂ ਵਾਂਗ ਸਾਰਾ ਕੁਛ ਹੀ ਕਰੇ। ਸਾਨੂੰ ਉਸ ਚੀਜ਼ ਲਈ ਆਪਾਂ ਨੂੰ ਕੋਈ ਚੀਜ਼ ਦਿਸ ਰਹੀ ਆ ਵੀ ਹਾਂ, ਉਸ ਚੀਜ਼ ਦੇ ਨਾਲ ਉਹ ਬੱਚਾ ਨੋਰਮਲ ਹੋ ਸਕਦਾ ਆ। ਅਤੇ ਪਰ ਉਹ ਪ੍ਰਾਈਜ਼ ਹੀ ਇੰਨਾ ਆ, ਕਿਉਂਕਿ ਆਪਾਂ ਕਹਿ ਦਈਦਾ ਆ ਵੀ ਪੈਸਾ ਕੁਛ ਨਹੀਂ, ਪੈਸਾ ਹੱਥਾਂ ਦੀ ਮੈਲ ਆ, ਹੈ ਨਾ, ਵੀ ਪੈਸਾ ਕੀ ਕਰਨਾ। ਪਰ ਇਸ ਟਾਈਮ 'ਤੇ ਅੱਜ ਸਾਨੂੰ ਇੱਦਾਂ ਫੀਲ ਹੁੰਦਾ ਵੀ ਪੈਸਾ ਬਹੁਤ ਜ਼ਰੂਰੀ ਚੀਜ਼ ਆ। ਅਤੇ ਬਸ ਇਹੋ ਹੀ ਕਮਿਊਨਿਟੀ ਨੂੰ ਜਾਂ ਸਾਰੇ ਜਿੰਨੇ ਵੀ ਸੁਣ ਰਹੇ ਆ, ਇਹ ਉਹਨਾਂ ਨੂੰ ਇਹੋ ਹੀ ਅਪੀਲ ਆ ਵੀ ਜਿੰਨਾ ਵੱਧ ਤੋਂ ਵੱਧ ਕੋਈ ਹੈਲਪ ਕਰ ਸਕਦਾ ਸਾਡੀ, ਤੁਹਾਡੇ ਸਾਥ ਦੇ ਨਾਲ ਹੀ ਆ। ਇਕੱਲੇ ਤਾਂ ਕੁਛ ਨਹੀਂ ਕਰ ਸਕਦੇ। ਔਰ ਬ੍ਰੇਕ ਦੇ ਵਿੱਚ ਨੀਰੂ ਨੇ ਇੱਕ ਗੱਲ ਕਹੀ ਕਿ ਅਸੀਂ ਹੁਣ ਰੁਕਣਾ ਨਹੀਂ ਜਦੋਂ ਤੱਕ 2.8 ਮਿਲੀਅਨ ਇਕੱਠੇ ਨਹੀਂ ਹੋ ਜਾਂਦੇ। ਸੌਰੀ, ਆਈ ਵਾਜ਼ ਜਸਟ ਮੈਸੇਜਿੰਗ ਕਪਿਲ ਸ਼ਰਮਾ ਜੀ ਦਾ ਮੈਸੇਜ ਆਇਆ ਕਿ ਮੈਨੂੰ ਪਲੀਜ਼ ਇਨਫੋਰਮੇਸ਼ਨ ਭੇਜੋ। ਇਟਸ ਸੋ ਨਾਈਸ। That's ਹਾਂਜੀ, wonderful. that's why I'm not on my phone. That's very On my positive. personal stuff, yes. ਦੈਟਸ ਵੈਰੀ ਪੋਜ਼ਿਟਿਵ। ਔਰ ਹਾਂਜੀ। ਰਾਤੀ ਤੁਸੀਂ, ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ 12:30 ਵਜੇ ਤੱਕ ਆਹੀ ਕਰ ਰਹੇ ਸੀ। ਤੁਸੀਂ ਹਾਂਜੀ। ਆਪਣੀ ਇੰਡਸਟਰੀ ਦੇ ਵਿੱਚ ਜਿੰਨੇ ਵੀ ਕੰਟੈਕਟਸ ਨੇ ਹਾਂਜੀ। ਉਹਨਾਂ ਨੂੰ ਮੈਸੇਜ ਭੇਜ ਰਹੇ ਸੀ ਕਿ Yes. ਇਸ ਪੋਸਟ ਕਰੋ, ਪੋਸਟ ਕਰੋ, Yes, ਪੋਸਟ ਮੈਂ ਕੁਝ ਕਰੋ। ਸਪੈਸ਼ਲ ਨਹੀਂ ਕਰ ਰਹੀ ਹਾਂ। ਇਟਸ ਮਾਈ ਡਿਊਟੀ। ਮੈਂ ਜੇ ਆਪਦੇ ਨਾਂ ਦਾ ਕੋਈ ਫਾਇਦਾ ਉਠਾ ਸਕਾਂ ਜਾਂ ਕਿਸੇ ਦੀ ਹੈਲਪ ਕਰ ਸਕਾਂ, ਮੈਂ ਆਰੀਅਨ ਨੂੰ ਇਫ ਆਈ ਕੈਨ ਹੈਲਪ ਜਸਟ ਦਿਸ ਮਚ, ਆਈਵ ਡਨ ਮਾਈ ਡਿਊਟੀ। ਇਟਸ ਮਾਈ ਡਿਊਟੀ। ਸੋ ਮੈਂ ਇਹਨਾਂ ਨੂੰ ਵੀ ਕਹਿੰਦੀ ਰਹਿੰਦੀ ਹਾਂ ਕਿ ਮੈਨੂੰ ਪਲੀਜ਼ ਥੈਂਕ ਯੂ ਨਾ ਕਿਹਾ ਕਰੋ। ਇਟਸ ਮਾਈ ਡਿਊਟੀ ਐਂਡ he's mine now. So ਬਸ ਅਸੀਂ ਆ ਕਰਕੇ ਹੀ ਦਿਖਾਣਾ। ਬਿਲਕੁਲ ਕਰਕੇ ਦਿਖਾਣਾ ਔਰ 2.8 ਮਿਲੀਅਨ ਡੈਫੀਨਿਟਲੀ ਇਕੱਠਾ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਪਲੀਜ਼ ਡੋਨੇਟ। ਐਂਡ ਯੈਸ, ਪਲੀਜ਼ ਡੋਨੇਟ, ਔਰ ਸਾਰੇ ਦਿਲ ਖੋਲ ਕੇ ਡੋਨੇਟ ਕਰੋ। ਡੋਨੇਸ਼ਨ ਬਾਰੇ ਜਿਹੜੀ ਜਾਣਕਾਰੀ ਹੈ ਤੁਹਾਨੂੰ ਦੇ ਦਿੰਦੇ ਹਾਂ। ਟ੍ਰਾਂਸਫਰ ਜੇ ਤੁਸੀਂ ਕਰਨੀ ਹੈ ਤਾਂ ਤੁਸੀਂ aryans.fight.sma@gmail.com 'ਤੇ ਕਰ ਸਕਦੇ ਹੋ। ਗਗਨਪ੍ਰੀਤ ਦਿਓਲ ਦਾ ਨੰਬਰ, ਇਹਨਾਂ ਦੇ ਫਾਦਰ ਦਾ ਨੰਬਰ 778-708-6593। ਹਰਪ੍ਰੀਤ ਦਿਓਲ ਦਾ ਨੰਬਰ 778-388-0827। ਦੈਟਸ 778-388-0827। ਤੁਸੀਂ ਜੇ ਇੰਡੀਆ ਤੋਂ ਪੈਸੇ ਭੇਜਣਾ ਚਾਹੁੰਦੇ ਹੋ, ਜੋ ਲਿਸਨਰ ਇਸ ਵੇਲੇ ਸਾਨੂੰ ਇੰਡੀਆ ਦੇ ਵਿੱਚ ਸੁਣ ਰਹੇ ਨੇ, ਇੰਡੀਆ ਵੀ ਇੱਕ ਅਕਾਊਂਟ ਖੋਲ੍ਹ ਦਿੱਤਾ ਗਿਆ। ਉਹ ਜਾਣਕਾਰੀ ਵੀ ਤੁਸੀਂ ਗਗਨਪ੍ਰੀਤ ਨੂੰ ਜਾਂ ਹਰਪ੍ਰੀਤ ਤੋਂ ਲੈ ਸਕਦੇ ਹੋ। ਇਸ ਤੋਂ ਇਲਾਵਾ ਕਨੈਕਟ FM ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਜੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਸਾਡਾ ਆਫ ਏਅਰ ਨੰਬਰ ਹੈ 604-961-0915। ਦੈਟਸ 604-961-0915।